ਗੋਂਡ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀਨ ਦਿਆਲ ਪਾਤਸ਼ਾਹ ਪਾਵਨ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ ਗੌਂਡ ਰਾਗ ਦੇ ਵਿੱਚ। ਹਰ ਅੰਤਰ ਜਾਮੀ ਸਭ ਤੈ ਵਰਤੈ। ਇਹ ਮੇਰੇ ਮਨਾ ਅੰਦਰ ਦੀ ਜਾਣਨ ਵਾਲਾ ਹਰੀ ਪਰਮੇਸ਼ਰ ਸਾਰਿਆਂ ਦੇ ਵਿੱਚ ਵਰਤਦਾ ਹੈ ਜਾਂ ਸਾਰਿਆਂ ਦੇ ਉੱਪਰ ਵਰਤਦਾ ਹੈ। ਜਿਹਾ ਹਰ ਕਰਾਏ। ਜਿਹੋ ਜਿਹਾ ਹਰੀ ਪਰਮੇਸ਼ਰ ਜੀਵਾਂ ਦੀ ਵਾਸ਼ਨਾ ਦੇ ਅਨੁਸਾਰ ਕਰਮ ਕਰਾਉਂਦਾ ਹੈ। ਤੇਹਾ ਕੋ ਕਰੀਐ। ਇਹੋ ਜਿਹਾ ਹੀ ਕੋਈ ਕਰਮ ਕਰਦਾ ਹੈ। ਆਪਣੇ ਵੱਸ ਦੀ ਕੋਈ ਬਾਤ ਨਹੀਂ ਹੈ। ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਮੁਤਾਬਕ ਜਿਵੇਂ ਵਿਧਾਤਾ ਨੇ ਲਿਖਿਆ ਹੈ, ਕੋਈ ਚੰਗਾ ਕਰਮ ਕਰਦਾ ਹੈ, ਕੋਈ ਬੁਰਾ ਕਰਦਾ ਹੈ। ਸੋ ਇਸ ਲਈ ਜੋ ਵੀ ਚੰਗਾ ਜਾਂ ਮੰਦਾ ਹੈ, ਬੁਰਾ ਹੈ ਜਾਂ ਭਲਾ ਹੈ, ਉਹ ਸਭ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹਨ। ਸੋ ਐਸਾ ਹਰ ਸੇਵ ਸਦਾ ਮਨ ਮੇਰੇ। ਇਸ ਲਈ ਹੇ ਮੇਰੇ ਮਨਾ, ਤੂੰ ਕਿਸੇ ਨਾਲ ਈਰਖਾ ਨਾ ਕਰ, ਕਿਸੇ ਦੇ ਨਾਲ ਵੈਰ ਵਿਰੋਧ ਨਾ ਕਰ, ਕਿਉਂਕਿ ਝਗੜਾ ਉਦੋਂ ਉਤਪੰਨ ਹੁੰਦਾ ਹੈ ਜਦੋਂ ਸਾਨੂੰ ਕ੍ਰੋਧ ਆਉਂਦਾ ਹੈ। ਕ੍ਰੋਧ ਤਾਂ ਆਉਂਦਾ ਹੈ ਕਿ ਸਾਡੇ ਵਿਚਾਰਾਂ ਦੇ ਨਾਲ ਦੂਜਾ ਬੰਦਾ ਸਹਿਮਤ ਨਹੀਂ ਹੈ। ਜ਼ਰੂਰੀ ਨਹੀਂ ਕਿ ਜੋ ਅਸੀਂ ਸੋਚੀਏ ਉਸ ਤਰ੍ਹਾਂ ਹੀ ਸਾਰੇ ਬਣ ਜਾਣ। ਸਭਨਾਂ ਦੇ ਵੱਖੋ ਵੱਖਰੇ ਸੁਭਾਅ ਨੇ। ਪਰਮਾਤਮਾ ਨੇ 5 ਉਂਗਲਾਂ ਇੱਕੋ ਜਿਹੀਆਂ ਨਹੀਂ ਰੱਖੀਆਂ। 5 ਉਂਗਲਾਂ ਦੇ ਵਿੱਚ ਸਾਰੀਆਂ 'ਚ ਫਰਕ ਰੱਖਿਆ ਹੈ। ਇਸ ਲਈ ਇੱਕ ਤੱਤੇ ਇੱਕ ਬੋਲਣ ਮਿੱਠੇ। ਤੱਤਾ ਬੋਲਣ ਵਾਲੇ ਵੀ ਰੱਬ ਦੇ ਬੰਦੇ ਨੇ, ਮਿੱਠਾ ਬੋਲਣ ਵਾਲੇ ਵੀ ਰੱਬ ਦੇ ਬੰਦੇ ਨੇ। ਇਸ ਲਈ ਮਹਾਰਾਜ ਦੇ ਹੁਕਮ ਦੇ ਵਿੱਚ ਜੋ ਸਾਡਾ ਫਰਜ਼ ਹੈ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਬੋ। ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ। ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦਾ ਹੈ, ਕੋਈ ਕਿਸੇ ਦਾ ਆਪ ਦਾ ਸੁਭਾਅ ਹੈ, ਤੋ ਜਾਤੀ ਤੌਰ 'ਤੇ ਕਿਸੇ ਨਾਲ ਈਰਖਾ ਕਰਨ ਦੀ ਬਜਾਏ ਇੱਕ ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਜਾਣਦਿਆਂ ਹੋਇਆਂ ਅਜੇ ਪਰਮੇਸ਼ਰ ਦਾ ਹਮੇਸ਼ਾ ਭਜਨ ਕਰਿਆ ਕਰ, ਉਹਦਾ ਸੇਵਨਾ ਕਰਿਆ ਕਰ। ਜੋ ਤੁਧਨੋਂ ਸਭ ਦੂਰ ਰਖ ਲਈਐ। ਜਿਹੜਾ ਤੈਨੂੰ ਲੋਕ ਦੰਡ ਪਿੱਤਰ ਦੰਡ ਆਦਿਕ ਸਾਰਿਆਂ ਤੋਂ ਜਾਂ ਤ੍ਰਿਸ਼ਨਾ ਈਰਖਾ ਝਗੜੇ ਆਦਿਕ ਸਾਰਿਆਂ ਤੋਂ ਜਾਂ ਸਭ ਵਿਕਾਰਾਂ ਤੋਂ ਬਚਾ ਕੇ ਰੱਖ ਲਵੇਗਾ। ਮੇਰੇ ਮਨ। ਇਹ ਮੇਰੇ ਪਿਆਰੇ ਮਨ। ਹਰ ਜਪ ਹਰ ਨਿਤ ਪੜਈਐ। ਹਰ ਵਕਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਕਰ ਅਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬ੍ਰਹਮ ਵਿਦਿਆ ਰੂਪ ਪੜ੍ਹਾਈ ਹੀ ਨਿਤਾ ਪ੍ਰਤੀ ਪੜ੍ਹਿਆ ਕਰ। ਸੋ ਹਰ ਗੁਣ ਪੜ੍ਹੀਐ, ਹਰ ਗੁਣ ਸੁਣੀਐ, ਹਰ ਹਰ ਕਥਾ। ਸੋ ਮਹਾਰਾਜ ਨੇ ਹਰ ਬਚਨ ਕੀਤਾ, ਹਰ ਗੁਣ ਪੜ੍ਹੀਐ, ਹਰ ਗੁਣ ਸੁਣੀਐ। ਸੁਣੀਐ ਨਹੀਂ ਗੁਣੀਐ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਕਥਾ ਨਿਤਾ ਪ੍ਰਤੀ ਸੁਣੀਐ। ਤੇ ਇਉਂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਜਿਹੜਾ ਪੜ੍ਹਾਈ ਕਰਨੀ ਹੈ ਉਹ ਵੀ ਮਹਾਰਾਜ ਦੇ ਨਾਮ ਦੀ ਹੋਵੇ। ਜਿਹੜੀ ਗੁਣੀਆਂ ਵਿਚਾਰ ਕਰਨੀ ਹੈ
ਉਹ ਵੀ ਮਹਾਰਾਜ ਦੇ ਨਾਮ ਦੀ ਹੋਵੇ। ਤੇ ਜਿਹੜੀ ਕਥਾ ਆਪਣਾ ਸਰਵਣ ਕਰਨਾ ਇਹ ਵੀ ਹਰੀ ਦੇ ਨਾਮ ਦੀ ਕਥਾ ਹੋਵੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਇੰਜ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਬ੍ਰਹਮ ਦੀ ਆਰੂਪ ਪੜ੍ਹਾਈ ਹੀ ਜੋ ਗੁਰਬਾਣੀ ਦੇ ਅੰਦਰ ਲਿਖੀ ਹੋਈ ਹੈ ਇਹਨੂੰ ਪੜ੍ਹਨਾ ਕਰੋ। ਇੱਕ ਵਾਰ ਨਾਰਦ ਮੁਨੀ ਆਪਦੇ ਪਿਤਾ ਬ੍ਰਹਮਾ ਨੂੰ ਆ ਕੇ ਕਹਿਣ ਲੱਗਾ, ਜੀ ਮੈਂ ਸਾਰੀ ਪੜ੍ਹਾਈ ਪੜ੍ਹ ਗਿਆ ਹਾਂ। ਕਹਿੰਦੇ ਇੰਜ ਤਾਂ ਹੋ ਨਹੀਂ ਸਕਦਾ ਕਿ ਤੂੰ ਸਾਰੀ ਪੜ੍ਹਾਈ ਪੜ੍ਹ ਗਿਆ ਹੋਵੇਂ। ਕਹਿੰਦਾ ਜੀ ਨਹੀਂ, ਮੈਂ ਸਭ ਪੜ੍ਹਾਈ ਪੜ੍ਹ ਗਿਆ। ਕਹਿੰਦੇ ਤੈਨੂੰ ਤਾਂ ਇੱਕ ਵੀ ਅੱਖਰ ਨਹੀਂ ਆਉਂਦਾ। ਕਹਿੰਦੇ ਜੀ ਦੱਸੋ। ਮੈਂ ਤਾਂ ਸਾਰੀ ਪੜ੍ਹਾਈ ਪੜ੍ਹ ਲਈ ਹੈ। ਕਹਿੰਦੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਨਾਮ ਦੀ ਪੜ੍ਹਾਈ ਦੀ ਨਾ ਪੜ੍ਹੀ। ਜੇ ਇੱਕ ਅੱਖਰ ਵਾਹਿਗੁਰੂ ਨਹੀਂ ਪੜ੍ਹਿਆ ਸਮਝ ਲਓ ਕੁਝ ਨਹੀਂ ਪੜ੍ਹਿਆ। ਭਗਤ ਪ੍ਰਹਿਲਾਦ ਜੀ ਨੇ ਆਪਦੇ ਉਸਤਾਦ ਸੰਡਾ ਤੇ ਮਰਕਾ ਨੂੰ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਸੀ ਕਿ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ। ਹੋਰ ਪੜ੍ਹਾਈ ਪੜ੍ਹਨ ਦਾ ਮੇਰਾ ਕੋਈ ਕੰਮ ਨਹੀਂ ਹੈ। ਇਹ ਬਾਬਾ, ਇਹ ਮੇਰੇ ਉਸਤਾਦ ਜੀ, ਮੈਂ ਰਾਮ ਦਾ ਨਾਮ ਕਿਸੇ ਵੀ ਕੀਮਤ ਤੇ ਨਹੀਂ ਛੱਡਾਂਗਾ। ਤੇ ਜੇ ਮੇਰੀ ਪੱਟੀ ਦੇ ਉੱਪਰ ਕੁਝ ਲਿਖਣਾ ਹੈ, ਪੂਰਨੇ ਪਾਉਣੇ ਨੇ, ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਸ੍ਰੀ ਗੋਪਾਲ ਦਾ ਨਾਮ ਲਿਖ ਦਿਓ। ਸ੍ਰੀ ਗੋਪਾਲ ਨਾ ਉਚਰਿਆ ਹੈ ਸੋ ਰਸਨਾ ਬਲ ਗਈਏ ਦੋ ਚਾਰਨ ਰਸਨਾ ਰਾਮ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਜਿਹੜੀ ਰਸਨਾ ਵਾਹਿਗੁਰੂ ਗੋਪਾਲ ਦਾ ਨਾਮ ਨਹੀਂ ਉਚਾਰਦੀ ਤੇ ਉਹ ਕਿਸੇ ਵੀ ਕੰਮ ਨਹੀਂ, ਉਹ ਜਲ ਬਲ ਜਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦ ਪਿਤਾ ਜੀ ਬਾਂਹ ਤੋਂ ਪਕੜ ਕੇ ਗੋਪਾਲ ਪੰਥ ਦੇ ਕੋਲ ਲੈ ਕੇ ਗਏ ਤੇ ਉਸ ਵਕਤ ਪਿਤਾ ਜੀ ਦੇ ਹੁਕਮ ਮੁਤਾਬਕ ਸਤਿਗੁਰੂ ਨਾਨਕ ਦੇਵ ਜੀ ਪਾਂਧਾ ਜੀ ਕੋਲ ਬੈਠ ਕੇ ਇੱਕ ਦਿਨ ਪੜ੍ਹਦੇ ਰਹੇ। ਇੱਕ ਸਾਲ ਦੇ ਬੱਚੇ ਜਿਹੜੇ ਪੜ੍ਹਾਈ ਪੜ੍ਹੇ ਹੋਏ ਸਨ ਇੱਕੋ ਦਿਨ ਜੀ ਗੁਰੂ ਸਾਹਿਬ ਨੇ ਕਵਰ ਕਰ ਲਈ। ਪਾਂਧਾ ਬਾਅਦ ਵਿੱਚ ਬੋਲੇ, ਮਹਾਰਾਜ ਪਹਿਲਾਂ ਬੋਲ ਪੈਣ। ਅਗਲੇ ਦਿਨ ਜਦੋਂ ਪੜ੍ਹਾਈ ਪੜ੍ਹਾਉਣ ਲੱਗਾ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਬੈਠੇ ਰਹੇ। ਉਹ ਹੈਰਾਨ ਹੋ ਗਿਆ ਕਿ ਕੱਲ ਤਾਂ ਤੂੰ ਹੇ ਬਾਲਕ ਬੜਾ ਸੋਹਣਾ ਬੋਲਦਾ ਸੀ, ਅੱਜ ਤੈਨੂੰ ਕੀ ਹੋ ਗਿਆ, ਤੂੰ ਬੋਲਦਾ ਹੀ ਨਹੀਂ ਹੈ। ਚੱਲ ਮੇਰੇ ਪਿੱਛੇ ਹਿਸਾਬ ਕਿਤਾਬ ਦੀ ਪੜ੍ਹਾਈ ਪੜ੍ਹ। ਸਤਿਗੁਰੂ ਜੀ ਫਿਰ ਚੁੱਪ ਕਰਕੇ ਬੈਠੇ ਰਹੇ। ਫਿਰ ਉਹਨੇ ਬੜੇ ਪਿਆਰ ਦੇ ਨਾਲ ਆਪਦੇ ਕੋਲ ਬੁਲਾ ਕੇ ਪੁੱਛਿਆ ਕਿ ਤੇਰੇ ਮਨ ਵਿੱਚ ਕੀ ਹੈ। ਤੇਰੇ ਪਿਓ ਨੇ ਮੇਰੇ ਕੋਲ ਤੈਨੂੰ ਪੜ੍ਹਨ ਵਾਸਤੇ ਭੇਜਿਆ। ਉਹਨੂੰ ਆਪਦਾ ਲਾਲਚ ਸੀਗਾ। ਪਿਤਾ ਜੀ ਕਾਫੀ ਕੁਝ ਇੱਕ ਦਿਨ ਪਹਿਲਾਂ ਗੁਰੂ ਸਾਹਿਬ ਨੂੰ ਪੜ੍ਹਾਈ ਤੇ ਬਿਠਾਉਣ ਵਕਤ ਦੇ ਕੇ ਗਏ ਤੇ ਹੋਰ ਵੀ ਵਾਅਦਾ ਕੀਤਾ ਵੀ ਜੇ ਮੇਰੇ ਬਾਲਕ ਨੂੰ ਤੂੰ ਪੜ੍ਹਾ ਦੇਵੇਂਗਾ ਮੈਂ ਤੈਨੂੰ ਹੋਰ ਵੀ ਬਹੁਤ ਕੁਛ ਦੇਵਾਂਗਾ। ਕਹਿਣ ਲੱਗੇ, ਬਾਲਕ ਤੂੰ ਪੜ੍ਹਾਈ ਕਿਉਂ ਨਹੀਂ ਪੜ੍ਹਦਾ ਹੈ। ਸਤਿਗੁਰੂ ਜੀ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ, ਹੇ ਪਾਂਧਾ ਜੀ, ਮੈਂ ਉਹ ਪੜ੍ਹਾਈ ਪੜ੍ਹਾਂਗਾ ਜਿਸ ਪੜ੍ਹਨ ਦੇ ਨਾਲ ਮੈਨੂੰ ਜਮਾਂ ਦੀ ਚੋਟ ਨਾ ਖਾਣੀ ਪਏ, ਦਰਗਾਹ ਦੇ ਵਿੱਚ ਧਰਮਰਾਜ ਦੀ ਕਚਹਿਰੀ ਵਿੱਚ ਲੇਖਾ ਨਾ ਦੇਣਾ ਪਵੇ। ਜੇ ਤੁਸੀਂ ਇਹੋ ਜਿਹੀ ਪੜ੍ਹਾਈ ਪੜ੍ਹਾ ਸਕਦੇ ਹੋ ਤੇ ਮੈਨੂੰ ਪੜ੍ਹਾ ਦਿਓ। ਗੋਪਾਲ ਪਾਂਧੇ ਨੂੰ ਮਹਿਸੂਸ ਹੋਇਆ ਕਿ ਇਹ ਕੋਈ ਅਵਤਾਰੀ ਮਹਾਂਪੁਰਖ ਜਾਪਦਾ। ਕਹਿਣ ਲੱਗੇ, ਇਹ ਸੰਤ ਜੀ, ਇਹੋ ਜਿਹੀ ਪੜ੍ਹਾਈ ਤਾਂ ਮੈਂ ਖੁਦ ਆਪ ਹੀ ਨਹੀਂ ਪੜ੍ਹਿਆ, ਤੁਹਾਨੂੰ ਕੀ ਪੜ੍ਹਾਵਾਂਗਾ। ਜੇ ਤੁਹਾਨੂੰ ਆਉਂਦੀ ਹੈ ਤੇ ਮੈਨੂੰ ਪੜ੍ਹਾ ਦਿਓ। ਤਾਂ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ
ਗੋਪਾਲ ਪਾਂਧੇ ਦੇ ਧਾਈ ਉਪਦੇਸ਼ ਬਖਸ਼ਦਿਆਂ ਹੋਇਆਂ ਸ੍ਰੀ ਰਾਗ ਦੇ ਵੇ ਸ਼ਬਦ ਉਚਾਰਿਆ। ਸ੍ਰੀ ਰਾਗ ਮਹੱਲਾ ਪਹਿਲਾ। ਜਾਲ ਮੋਹ ਘਸ ਮਸ ਕਰ। ਪੁਰਾਣੇ ਸਮੇਂ ਅਸੀਂ ਵੀ ਉਹ ਕਾਲੀ ਸਿਆਹੀ ਜਿਹਨੂੰ ਕੁੱਟ ਕੇ ਪੀਸ ਕੇ ਛੋਟੀ ਜਿਹੀ ਦਵਾਤ ਦੇ ਵਿੱਚ ਪਾਣੀ ਪਾ ਕੇ ਤੇ ਬਣਾਉਂਦੇ ਹੁੰਦੇ ਕਾਲੀ ਸਿਆਹੀ, ਜੋ ਨਦੀ ਦੇ ਕਿਨਾਰੇ ਤੇ ਸੂਏ ਦੇ ਕੰਢੇ ਦੇ ਕਾਨੇ ਉੱਗੇ ਹੋਣੇ, ਉਹ ਕਾਨੇ ਕੱਟ ਕੇ ਕਲਮਾਂ ਕੱਢਣੀਆਂ ਵਿੱਚ ਚੀਰ ਪਾ ਕੇ ਲੱਕੜ ਦੀ ਫੱਟੀ ਦੇ ਉੱਪਰ ਗਾਚਣੀ ਦਾ ਪੋਚਾ ਮਾਰ ਕੇ ਤੇ ਜੋ ਟੀਚਰ ਨੇ ਪੂਰਨੇ ਪਾਉਣੇ ਉਹਨੂੰ ਕਾਲੀ ਸਿਆਹੀ ਦੇ ਨਾਲ ਊੜਾ ਐੜਾ ਆਦਿਕ 1 2 ਆਦਿਕ ਗਿਣਤੀ ਹਿਸਾਬ ਕਿਤਾਬ ਲਿਖਣਾ। ਉਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਾਲ ਮੋਹ, ਮੋਹ ਨੂੰ ਜਾਲ ਦੇ। ਤੇ ਜਿਹੜਾ ਉਹ ਫੁੱਲਾ ਬਣਦਾ ਹੈ ਦੀਵੇ ਦੇ ਉੱਪਰ ਤੇਲ ਸੜਨ ਤੋਂ ਬਾਅਦ ਕਾਲੇ ਰੰਗ ਦਾ, ਇੰਜ ਮੋਹ ਨੂੰ ਸਾੜ ਕੇ ਤੇ ਉਹ ਜਿਹੜੀ ਕਾਲੀ ਸਿਆਹੀ ਬਣਦੀ ਹੈ ਉਹਨੂੰ ਘਸਾ ਕੇ ਤੇ ਕਾਲੀ ਸਿਆਹੀ ਤਿਆਰ ਕਰ। ਜਾਲ ਮੋਹ ਘਸ ਮਸ ਕਰ। ਇਉਂ ਸਿਆਹੀ ਬਣਾ ਕੇ ਮਤ ਕਾਗਦ ਕਰ ਸਾਰ। ਆਪਦੀ ਬੁੱਧੀ ਨੂੰ ਸ੍ਰੇਸ਼ਟ ਕਾਗਜ਼ ਬਣਾਉਣਾ ਕਰ। ਭਾਉ ਕਲਮ ਕਰ, ਪ੍ਰੇਮ ਦੀ ਕਲਮ ਨੂੰ ਘੜਨਾ ਕਰ। ਚਿੱਤ ਲੇਖਾਰੀ, ਚਿੱਤ ਨੂੰ ਆਪਣੇ ਨੂੰ ਜਿਹੜਾ ਇਕਾਗਰ ਕਰਕੇ ਨਾਮ ਜਪਣਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਜਿਹੜਾ ਚਿੱਤ ਨੂੰ ਇਕਾਗਰ ਕਰਕੇ ਨਾਮ ਜਪਣਾ, ਇਹ ਲਿਖਾਰੀ ਬਣਾ। ਪ੍ਰੇਮ ਦੀ ਕਲਮ ਲੈ ਕੇ ਚਿੱਤ ਲਿਖਾਰੀ ਬਣਾ ਕੇ ਭਾਉ ਕਲਮ ਕਰ ਚਿੱਤ ਲੇਖਾਰੀ। ਗੁਰ ਪੁੱਛ, ਗੁਰੂ ਜੀ ਸਾਡੇ ਉਸਤਾਦ ਨੇ, ਆਪਦੇ ਗੁਰੂ ਸਾਹਿਬਾਂ ਨੂੰ ਪੁੱਛ ਕੇ ਲਿਖ ਵਿਚਾਰ, ਕਥਾ ਵਿਚਾਰ, ਨਾਮ ਦੀ ਵਿਚਾਰ ਲਿਖ। ਲਿਖ ਨਾਮ ਵਾਹਿਗੁਰੂ ਨਾਮ ਲਿਖ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਲਿਖ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਵਸੀ ਵੀ ਸਚ। ਇਹ ਲਿਖ। ਮੂਲ ਮੰਤਰ ਦਾ ਪਾਠ ਲਿਖ। ਭਾਈ ਗੁਰ ਇਕਬਾਲ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਦੇ ਕੋਲੋਂ ਉਹ ਵਾਹਿਗੁਰੂ ਵਾਹਿਗੁਰੂ ਲਿਖਵਾਉਂਦੇ ਨੇ, ਕਿਉਂਕਿ ਮਨ ਨੂੰ ਇਕਾਗਰ ਕਰਕੇ ਪੜ੍ਹ ਕੇ ਯਾਦ ਕਰਨ ਦੀ ਸਭ ਤੋਂ ਉੱਤਮ ਜੁਗਤੀ ਇਹ ਹੈ ਕਿ ਜਿਹੜੀ ਚੀਜ਼ ਯਾਦ ਕਰਨੀ ਹੋਵੇ ਉਹਨੂੰ ਲਿਖਣਾ ਚਾਹੀਦਾ। ਲਿਖ ਕੇ ਯਾਦ ਕੀਤਿਆਂ ਕਦੀ ਭੁੱਲਦਾ ਨਹੀਂ। ਉਹ ਕਹਿੰਦੇ ਕਾਪੀਆਂ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਲਿਖੀ ਜਾਓ 5000 ਵਾਰ 10000 ਵਾਰ। ਲਿਖਣ ਦੇ ਨਾਲ ਵੀ ਚੇਤਾ ਰਹਿੰਦਾ ਹੈ। ਇਹ ਮਹਾਰਾਜ ਕਹਿੰਦੇ ਕਿ ਗੁਰਬਾਣੀ ਨੂੰ ਲਿਖੋ। ਪ੍ਰੈਸਾਂ ਆਦਿਕ ਪੁਰਾਣੇ ਸਮੇਂ 'ਚ ਹੁੰਦੀਆਂ ਨਹੀਂ ਸਨ। ਅੱਜ ਕੱਲ੍ਹ ਤਾਂ ਆਫਸੈਟ ਮਸ਼ੀਨਾਂ ਫੋਟੋ ਲਾਉਣ ਵਾਲੀਆਂ ਹੀ ਆ ਗਈਆਂ। ਉਹ ਨੈਗੇਟਿਵ ਪੋਜ਼ੀਟਿਵ ਵੀ ਖਤਮ ਹੋ ਗਏ। ਸਿੱਧਾ ਹੀ ਕੰਪਿਊਟਰ ਤੋਂ ਆਫਸੈਟ ਮਸ਼ੀਨ ਨੂੰ ਕਮਾਂਡ ਦੇ ਕੇ ਕਾਗਜ਼ ਪਾ ਕੇ ਤੇ ਪੱਤਰੇ ਗੁਰਬਾਣੀ ਦੇ ਛਾਪੇ ਜਾਂਦੇ ਨੇ। ਇੰਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਖ ਨਾਮ ਵਾਹਿਗੁਰੂ ਨਾਮ ਲਿਖ। ਸਲਾਹ ਲਿਖ ਪਰਮਾਤਮਾ ਦੀ ਸਿਫਤ ਸਲਾਹ ਲਿਖ। ਸੋ ਲਿਖ ਨਾਮ ਸਲਾਹ ਲਿਖ। ਲਿਖੀ ਅੰਤ ਨ ਪਾਰਾਵਾਰ
ਉਸ ਵਾਹਿਗੁਰੂ ਦੇ ਬਾਰੇ ਲਿਖ ਜਿਸ ਦਾ ਪਾਰਾਵਾਰ ਕੋਈ ਅੰਤ ਨਹੀਂ ਹੈ। ਬਾਬਾ ਇਹ ਗੋਪਾਲ ਪੰਧ ਹੈ ਜੀ, ਇਹ ਮੇਰੇ ਸਤਿਕਾਰਯੋਗ ਉਸਤਾਦ ਜੀ। ਬਾਬਾ ਮਹਾਰਾਜ ਨੇ ਆਖਿਆ ਲਿਖ ਨਾਮ ਸਾਲਾਹਾ, ਲਿਖ ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਇਹ ਲੇਖਾ ਲਿਖਣਾ ਜਾਣ ਲੈ। ਜੇ ਤੂੰ ਜਾਣ ਲਵੇਂਗਾ ਜਿੱਥੇ ਲੇਖਾ ਮੰਗੀ ਹੈ, ਜਿੱਥੇ ਰੱਬ ਦੀ ਕਚਹਿਰੀ ਧਰਮਰਾਜੇ ਦੀ ਦਰਗਾਹ ਵਿੱਚ ਤੇਰੇ ਪਾਸੋਂ ਲੇਖਾ ਮੰਗਿਆ ਜਾਵੇਗਾ, ਤਿੱਥੇ ਹੋਏ ਸੱਚਾ ਨਿਸ਼ਾਨ ਦਾ ਮਤਲਬ ਹੈ ਆਇਡੈਂਟੀਫਿਕੇਸ਼ਨ ਪ੍ਰੂਫ, ਆਇਡੈਂਟੀ ਕਾਰਡ। ਜਿਸ ਤਰ੍ਹਾਂ ਅੱਜ ਕੱਲ੍ਹ ਆਧਾਰ ਕਾਰਡ ਨੇ, ਕਿਸੇ ਵੀ ਬਿਲਡਿੰਗ 'ਚ ਜਾਣਾ ਹੋਵੇ, ਕੋਈ ਕੰਮ ਕਰਾਉਣਾ ਹੋਵੇ, ਕੁਛ ਵੀ ਕਰਨਾ ਹੋਵੇ, ਕਹਿੰਦੇ ਆਧਾਰ ਕਾਰਡ ਲਿਆਓ ਜੀ, ਇਹ ਪਹਿਚਾਣ ਪੱਤਰ ਹੈ ਕਿ ਬੰਦਾ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ। ਤੋ ਇੰਜ ਜਿਹੜਾ ਨਾਮ ਦਾ ਪ੍ਰਮਾਣ ਪੱਤਰ ਹੈ ਉਹਨੂੰ ਤੂੰ ਪ੍ਰਾਪਤ ਕਰ ਲਾ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਫਿਰ ਕਚਹਿਰੀ ਦੇ ਵਿੱਚ ਧਰਮਰਾਜੇ ਦੇ ਕੋਲ ਸੱਚਾ ਤੇਰੇ ਕੋਲ ਪ੍ਰਮਾਣ ਪੱਤਰ ਹੋ ਜਾਊਗਾ। ਜੇ ਤੂੰ ਬਾਣੀ ਨਾਮ ਨੂੰ ਲਿਖੇਂਗਾ, ਪੜ੍ਹੇਂਗਾ, ਫਿਰ ਤੈਨੂੰ ਜਮਾਂ ਦਾ ਲੇਖਾ ਨਹੀਂ ਦੇਣਾ ਪਊਗਾ। ਕਹਿੰਦਾ ਜੀ ਹਾਂ, ਸਤ ਬਚਨ ਮੰਨ ਗਿਆ। ਗੋਪਾਲ ਪੰਧੀ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਫਿਰ ਅਗਲੇ ਦਿਨ ਜਦ ਪਿਤਾ ਜੀ ਛੱਡਣ ਗਏ ਤਾਂ ਗੋਪਾਲ ਪਾਂਧਾ ਕਹਿਣ ਲੱਗਾ ਜੀ ਮੈਂ ਇਹਨਾਂ ਨੂੰ ਨਹੀਂ ਪੜ੍ਹਾ ਸਕਦਾ, ਕਿਉਂਕਿ ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ। ਇਹ ਤਾਂ ਮੈਨੂੰ ਪੜ੍ਹਾ ਕੇ ਗਏ ਨੇ, ਕੱਲ ਜਿਹੜੀ ਪੜ੍ਹਾਈ ਮੈਂ ਨਹੀਂ ਪੜ੍ਹੀ ਉਹ ਇਹ ਮੈਨੂੰ ਪੜ੍ਹਾ ਕੇ ਗਏ ਨੇ। ਇਨ ਪੜ੍ਹਨੇ ਕੇ ਪਰੋ ਨਾ ਖਿਆਲਾ, ਇਹਨਾਂ ਦੀ ਪੜ੍ਹਾਈ ਦੇ ਖਿਆਲ ਦੇ ਵਿੱਚ ਨਾ ਪਾਓ, ਛੱਡ ਦਿਓ, ਇਹ ਪਹਿਲਾਂ ਹੀ ਪੜ੍ਹੇ ਹੋਏ ਹਨ। ਤੋ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਐ ਮੇਰਿਆ ਮਨਾ, ਮੇਰੇ ਮਨ, ਇਹ ਮੇਰੇ ਪਿਆਰੇ ਮਨਾ, ਜਾਂ ਮਨ ਦਰਤ ਹੈ ਜੀਵ, ਹਰ ਜਪ, ਹਰੀ ਦੇ ਨਾਮ ਨੂੰ ਜਪਿਆ ਕਰ। ਜੇ ਨਾਮ ਜਪੇਗਾ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੈਨੂੰ ਯਮਦੂਤ ਦਿਖਾਲੀ ਨਹੀਂ ਦੇਣਗੇ, ਉਹਨਾਂ ਵੱਲ ਵੇਖ ਕੇ ਤੈਨੂੰ ਮੁੜਕਾ ਨਹੀਂ ਆਵੇਗਾ। ਹਰੀ ਦੇ ਨਾਮ ਦਾ ਜਾਪ ਜਪਿਆ ਕਰ। ਹਰ ਨਿਤ ਪੜ੍ਹਈਐ, ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬ੍ਰਹਮ ਵਿਦਿਆ ਰੂ ਪੜ੍ਹਾਈ ਹੀ ਨਿਤ ਪ੍ਰਤੀ ਪੜ੍ਹਿਆ ਕਰ। ਹਰ ਬਿਨਾ ਕੋ ਮਾਰ ਜਿਵਾਲ ਨਾ ਸਕੈ। ਤੂੰ ਕਿਉਂ ਫਿਕਰ ਕਰਦਾ ਹੈ? ਹਰੀ ਪਰਮੇਸ਼ਰ ਤੋਂ ਬਿਨਾ ਨਾ ਕੋਈ ਮਾਰ ਸਕਦਾ ਤੇ ਨਾ ਹੀ ਕੋਈ ਜੀਵਾਲ ਸਕਦਾ ਹੈ। ਤਾਂ ਮੇਰੇ ਮਨ ਕਾਇਤ ਕੜਈਆ, ਤਾਂ ਫਿਰ ਹੈ ਮੇਰੇ ਮਨਾ, ਕਾਹਦੇ ਵਾਸਤੇ ਕੱਢਣਾ ਚੋਰਨਾ ਤਪਣਾ ਹੈ? ਕਾਹਦੇ ਵਾਸਤੇ ਮਿਥਿਆ ਪਦਾਰਥਾਂ ਦੇ ਵਿੱਚ ਚੂਰਨਾ ਵੱਜਣਾ ਹੈ? ਰਹਾਉ, ਮਨ ਦੇ ਚੋਰੇ ਛੱਡ ਕੇ ਤੂੰ ਨਾਮ ਦੀ ਪੜ੍ਹਾਈ ਪੜ੍ਹਿਆ ਕਰ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ, ਹਰ ਪਰ ਪੰਚ ਕੀਆ ਸਭ ਕਰਤਾ, ਕਰਤਾ ਰਚਨਹਾਰ। ਹਰੀ ਪਰਮੇਸ਼ਰ ਨੇ ਆਪ ਹੀ ਸਾਰਾ ਸੰਸਾਰ ਪੈਦਾ ਕੀਤਾ ਹੈ। ਜਾਂ ਪਰ ਵਿਸ਼ੇਸ਼ ਕਰਕੇ ਪੰਜ ਜੋ ਸਤਿਚੇਤਾਨੰਦ ਨਾਮ ਅਤੇ ਰੂਪ ਕਰਕੇ ਜਗਤ ਪੈਦਾ ਕੀਤਾ ਹੈ। ਇਸੇ ਪ੍ਰਕਾਰ ਹਰ ਪਰ ਪੰਚ ਕੀਆ ਸਭ ਕਰਤਾ, ਆਪ ਹੀ ਪੰਜਾਂ ਤੱਤਾਂ ਦੀ ਆਕਾਰ ਬਣਾ ਕੇ ਵਾਹਿਗੁਰੂ ਜੀ ਨੇ ਜਗਤ ਰਚਨਾ ਕੀਤਾ। ਭਾਵ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ, ਸਥੂਲ ਤੱਤਾਂ ਦੁਆਰਾ ਸਥੂਲ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਵਿੱਚ ਆਪੇ ਆਪਣੀ ਜੋਤ ਤਰਈਆ, ਲੋਹਾਰ ਕੋਈ ਵੀ ਮਸ਼ੀਨਰੀ ਬਣਾਉਂਦਾ, ਸੰਦ ਬਣਾਉਂਦਾ,
ਉਹਦੇ ਵਿੱਚ ਨਹੀਂ ਪ੍ਰਵੇਸ਼ ਕਰਦਾ, ਆਪ ਨਹੀਂ ਵਿੱਚ ਵੜ ਕੇ ਬਹਿੰਦਾ। ਰੋਟੀਆਂ ਪਕਾਉਣ ਵਾਲੀ ਮਸ਼ੀਨ ਗੁਰੂ ਕੇ ਲੰਗਰ 'ਚ ਮਿਸਤਰੀਆਂ ਨੇ ਬਣਾਈ ਹੈ, ਉਹਦੇ ਵਿੱਚ ਥੋੜ੍ਹੋ ਬੈਠੇ ਹੋਏ ਨੇ। ਕੋਈ ਜਨਰੇਟਰ ਹੈ, ਕੋਈ ਵੀ ਇੰਸਟਰੂਮੈਂਟ ਹੈ, ਉਹ 'ਚ ਬੰਦਾ ਨਹੀਂ ਬੈਠ ਸਕਦਾ। ਕੋਈ ਵੀ ਚੀਜ਼ ਬਣਾਉਂਦਾ ਦੀ ਬਣੀ ਚੀਜ਼ ਉਹਦੇ ਤੋਂ ਅਲੱਗ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਪਰ ਪਰਮਾਤਮਾ ਇੱਕ ਇਹੋ ਜਿਹਾ ਕਰਤਾ ਹੈ, ਜੇ ਰੱਬ ਨੇ ਬੰਦਾ ਬਣਾਇਆ ਹੈ, 84 ਲੱਖ ਜੂਨ ਬਣਾਈ ਹੈ, ਉਹਦੇ ਵਿੱਚ ਵੜ ਕੇ ਬੈਠਾ ਹੋਇਆ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਆਪ ਹੀ ਜਗਤ ਦੇ ਅੰਦਰ ਵੀ ਹੈ ਤੇ ਆਪ ਬਾਹਰ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹੀ ਆਕਾਸ ਭਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਇਉਂ ਜਗਤ ਦੇ ਅੰਦਰ ਆਪਦੀ ਚੇਤਨ ਸੱਤਾ ਰੂਪੀ ਜੋਤ ਉਸ ਵਾਹਿਗੁਰੂ ਨੇ ਧਰਨਾ ਕੀਤੀ, ਰੱਖਣਾ ਕੀਤੀ ਹੈ। ਹਰ ਏਕੋ ਬੋਲੇ ਹਰ ਏਕ ਬੁਲਾਏ। ਇਹ ਮੇਰੇ ਮਨਾ ਗੁਰਮੁਖ ਜਨਾਂ ਨੂੰ ਬ੍ਰਹਮ ਗਿਆਨ ਵਿੱਚ ਸਥਿਤ ਹੋ ਕੇ ਇੱਕ ਹਰੀ ਪਰਮੇਸ਼ਰ ਹੀ ਸਾਰਿਆਂ ਵਿੱਚ ਬੋਲਦਾ ਦਿਖਦਾ ਹੈ। ਔਰ ਇੱਕ ਹਰੀ ਪਰਮੇਸ਼ਰ ਹੀ ਸਾਰਿਆਂ ਨੂੰ ਬੁਲਾਉਂਦਾ ਦਿਖਦਾ ਹੈ। ਬੇਸ਼ੁਮਾਰ ਅਥਾਹ ਅਗਣਤ ਅਤੁੱਲ, ਜਿਉ ਬੁਲਾਵ ਹੈ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ, ਜਿਉ ਬੁਲਾਵੇ ਹੈ ਤਿਉ ਬੋਲੇ ਹੈ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰਪੁਰੈ ਹਰ ਏਕ ਦਿਖਾਈਐ। ਇੱਕ ਹਰੀ ਪਰਮੇਸ਼ਰ ਹੀ ਸਾਰਿਆਂ ਨੂੰ ਬੁਲਾਉਂਦਾ ਦਿਖਦਾ, ਕਿਉਂਕਿ ਪੂਰਨ ਗੁਰਾਂ ਨੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਅੰਦਰੋਂ ਹੀ ਇੱਕ ਹਰੀ ਪਰਮੇਸ਼ਰ ਪ੍ਰਗਟ ਕਰਕੇ ਦਿਖਾ ਦਿੱਤਾ, ਦਰਸ਼ਨ ਕਰਵਾ ਦਿੱਤੇ ਹਨ। ਹਰ ਅੰਤਰ ਨਾਲੇ ਬਾਹਰ ਨਾਲੇ। ਪਰਮੇਸ਼ਰ ਸਾਡੇ ਅੰਦਰ ਨੂੰ ਸਵਾਸ ਜਾਂਦੇ ਸਮੇਂ ਵੀ ਨਾਲ ਹੀ ਵਸਦਾ, ਔਰ ਸਵਾਸ ਬਾਹਰ ਨਿਕਲਣ ਸਮੇਂ ਵੀ ਸਾਥ ਹੀ ਵਸਦਾ ਹੈ। ਇਸੇ ਪ੍ਰਕਾਰ ਹਰ ਅੰਤਰ ਨਾਲੇ ਬਾਹਰ ਨਾਲੇ। ਅੰਤਰਮੁਖ ਬਿਰਤੀ ਵਿੱਚ ਵੀ ਸਾਥ ਹੀ ਹੈ ਤੇ ਬਾਹਰ ਸੰਸਾਰ ਵਿੱਚ ਵੀ ਪਰਮੇਸ਼ਰ ਨਾਲ ਹੀ ਹੈ। ਕਹੋ ਤਿਸ ਪਾਸੋ ਮਨ ਕਿਆ ਚੋਰਈਆ। ਇਸ ਲਈ ਹੈ ਮੇਰੇ ਅਮਨ, ਕਹੋ ਖਾਂ ਭਲਾ ਦੱਸ ਖਾਂ ਸਹੀ, ਫਿਰ ਉਹਦੇ ਪਾਸੋਂ ਤੂੰ ਕੀ ਚੁਰਾ ਕੇ ਲੁਕਾ ਕੇ ਰੱਖਣਾ ਹੈ। ਚੋਰੀ ਤਾਂ ਉਹਦੇ ਕੋਲੋਂ ਹੁੰਦੀ ਹੈ ਜਿਹਨੂੰ ਕੁਛ ਪਤਾ ਨਾ ਹੋਵੇ। ਉਹ ਤਾਂ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਠੀ ਤੇ ਕੁੰਚਰ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸਭਨਾਂ ਦੇ ਅੰਦਰ ਬਾਹਰ ਵਸ ਰਿਹਾ ਹੈ। ਨੇਹ ਕਪਟ ਸੇਵਾ ਕੀਜੈ ਹਰ ਕੇਰੀ। ਇਸ ਲਈ ਛਲ ਤੋਂ ਰਹਿਤ ਹੋ ਕੇ ਹਰੀ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਕਰਿਆ ਕਰ। ਤਾਂ ਮੇਰੇ ਮਨ ਸਰਬ ਸੁਖ ਪਾਈਐ। ਤਾਂ ਫਿਰ ਹੇ ਮੇਰੇ ਮਨਾ, ਤੂੰ ਧਰਮ ਅਰਥ ਕਾਮ ਮੋਖ ਆਦਿਕ ਜਾਂ ਸਲੋਕ ਸਮੀਪ ਸਜੋਜ ਸਰੂਪ ਆਦਿਕ ਮੁਕਤੀਆਂ ਦੇ ਸਾਰੇ ਸੁੱਖ ਪ੍ਰਾਪਤ ਕਰ ਲਵੇਂਗਾ। ਜਿਸ ਦਾ ਵਸ ਸਭ ਕਿਛ, ਜਿਸ ਪਰਮੇਸ਼ਰ ਦੇ ਅਧੀਨ ਸਾਰਾ ਕੁਝ ਹੈ, ਸੋ ਸਭ ਦੂ ਵੱਡਾ। ਉਹ ਸਾਰਿਆਂ ਤੋਂ ਵੱਡਾ ਦੀਰਘ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮਾਤਾ ਤ੍ਰਿਪਤਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਦੇਵਤੇ ਪੂਜਾ ਕਰਨ ਆਏ ਉਹ ਦਿਖਾ ਦਿੱਤੇ ਸੁਪਨੇ ਦੇ ਵਿੱਚ। ਤੇ ਇਉਂ ਸਾਰੀ ਸ੍ਰਿਸ਼ਟੀ ਆਪਣੇ ਅਧੀਨ ਦਿਖਾ ਦਿੱਤੀ ਸੀ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੇ ਵੀ ਮਿੱਟੀ ਖਾਣ ਦੇ ਬਹਾਨੇ ਆਪਦੀ ਮਾਤਾ ਨੂੰ ਮੂੰਹ ਅੱਡ ਕੇ ਸਾਰੀ ਸ੍ਰਿਸ਼ਟੀ ਅੰਦਰ ਦਿਖਾ ਦਿੱਤੀ। ਇਉਂ
ਵੈਰਾਟ ਹਿਰਨ ਗਰਭ ਅਭਿਆਕ੍ਰਿਤ ਆਦਿਕ। हे ਪਰਮਾਤਮਾ ਤੂੰ ਸਭ ਤੋਂ ਵੱਡਾ ਹੈ। ਜਾਨ ਨਾਨਕ ਸੋ ਮੇਰੇ ਮਨ ਸਦਾ ਧਿਆਈਐ। ਇਹ ਮੇਰੇ ਮਨਾ ਸੋ ਵਾਹਿਗੁਰੂ ਨੂੰ ਸਦਾ ਹਮੇਸ਼ਾ ਹੀ ਧਿਆਈਐ। ਧਿਆਉਣਾ ਕਰ ਆਰਾਧਨਾ ਕਰ, ਸ਼ਰਮਣੀ ਸੁਣੀਐ ਰਸਨਾ ਗਾਈਐ। ਹਿਰਦੈ ਧਿਆਈਐ ਸੋਈ। ਜਾਨ ਨਾਨਕ ਸੋ ਹਰ ਨਾਲ ਹੈ ਤੇਰਾ। ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਕਿ हे ਮੇਰੇ ਮਨਾ, ਉਹ ਪਰਮੇਸ਼ਰ ਹਰ ਵਕਤ ਤੇਰੇ ਨਾਲ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਅੰਗ ਸੰਗ ਹੀ ਵਸਦਾ ਹੈ। ਜਦ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਜੀ ਨੇ ਸਾਜ ਨਵਾਜ ਦਿੱਤਾ ਹੈ, ਫਿਰ ਆਪ ਹੱਥ ਅੱਡ ਕੇ ਅੰਮ੍ਰਿਤ ਦੀ ਦਾਤ ਮੰਗਣਾ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾਓ। ਪੰਜ ਪਿਆਰੇ ਹੈਰਾਨ ਹੋ ਗਏ, ਕਹਿਣ ਲੱਗੇ ਗੁਰੂ ਸਾਹਿਬ ਜੀ ਤੁਸੀਂ ਤਾਂ ਖੁਦ ਸਾਨੂੰ ਆਪ ਅੰਮ੍ਰਿਤ ਛਕਾ ਕੇ ਗੁਰਦੀਖਿਆ ਦਿੱਤੀ ਹੈ, ਤੁਸੀਂ ਸਾਡੇ ਗੁਰੂ ਸਾਹਿਬ ਹੋ, ਅਸੀਂ ਆਪ ਦੇ ਸਿੱਖ ਤੁਹਾਨੂੰ ਕਿਵੇਂ ਗੁਰਦੀਖਿਆ ਦੇ ਸਕਦੇ ਹਾਂ। ਮਾਰੇ ਕਹਿੰਦੇ ਨਹੀਂ ਭਾਈ, ਵਾਹਿਗੁਰੂ ਅਕਾਲ ਪੁਰਖ ਦਾ ਇਸੇ ਤਰ੍ਹਾਂ ਹੀ ਹੁਕਮ ਹੈ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ। ਪੰਥ ਚੱਲਾ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵਾਹਿਗੁਰੂ ਦੇ ਹੁਕਮ ਮੁਤਾਬਕ ਖਾਲਸਾ ਪੰਥ ਪੈਦਾ ਕੀਤਾ। ਉਸ ਵਾਹਿਗੁਰੂ ਦਾ ਹੁਕਮ ਹੈ ਕਿ ਮੈਂ ਵੀ ਅੰਮ੍ਰਿਤ ਪਾਨ ਕਰਾਂ, ਪਹਿਲੀ ਗੱਲ। ਦੂਜੀ ਗੱਲ ਇਹ ਕਿ ਮੈਂ ਹੁਣ ਸਾਰਿਆਂ ਨੂੰ ਆਖਣਾ ਵੀ ਅੰਮ੍ਰਿਤ ਛਕੋ ਭਾਈ। ਤੇ ਜੇ ਕੋਈ ਖੜਾ ਹੋ ਕੇ ਇਹ ਪੁੱਛਣ ਲੱਗ ਪਿਆ ਕਿ ਗੁਰੂ ਸਾਹਿਬ ਤੁਸੀਂ ਆਪ ਅੰਮ੍ਰਿਤ ਛਕਿਆ, ਤਾਂ ਫਿਰ ਮੈਂ ਕੀ ਜਵਾਬ ਦਿਆਂਗਾ। ਸਿੱਖਿਆ ਦੇਣ ਤੋਂ ਪਹਿਲਾਂ ਆਪ ਹੀ ਧਾਰਨ ਕਰਨੀ ਬਣਦੀ ਹੈ। ਆਪ ਕਮਾਓ ਅਵਰਾ ਉਪਦੇਸ਼, ਪਹਿਲਾਂ ਆਪ ਕਮਾਈ ਕਰੋ, ਫਿਰ ਦੂਜਿਆਂ ਨੂੰ ਉਪਦੇਸ਼ ਦੇਵੋ। ਤੇ ਪੰਜ ਪਿਆਰੇ ਕਹਿਣ ਲੱਗੇ ਜੀ ਠੀਕ ਹੈ ਸਤ ਬਚਨ, ਪਰ ਬੇਨਤੀ ਇੰਝ ਹੈ ਕਿ ਆਪ ਨੇ ਸਾਨੂੰ ਫਰੀ ਦੇ ਵਿੱਚ ਤਾਂ ਦਿੱਤਾ ਕੋਈ ਨਹੀਂ। ਪਹਿਲਾਂ ਸੀਸ ਮੰਗਿਆ, ਸੀਸ ਦੀ ਭੇਟਾ ਲੈ ਕੇ ਫਿਰ ਸਾਨੂੰ ਅੰਮ੍ਰਿਤ ਪਾਨ ਕਰਾਇਆ ਹੈ, ਤੇ ਤੁਸੀਂ ਕੀ ਦੇ ਰਹੇ ਹੋ। ਗੁਰੂ ਸਾਹਿਬ ਬੜੇ ਵਿਰਾਗ ਵਿੱਚ ਆਏ, ਕਹਿੰਦੇ ਪੰਜ ਪਿਆਰਿਓ ਤੁਸੀਂ ਇੱਕ ਸੀਸ ਦੀ ਗੱਲ ਕਰਦੇ ਹੋ, ਉਹ ਸੀਸ ਤਾਂ ਮੈਂ ਪਹਿਲਾਂ ਹੀ ਆਪ ਦੇ ਪਿਤਾ ਦਾ ਤੁਹਾਡੇ ਤੋਂ ਵਾਰ ਚੁੱਕਾ। ਸਾਰੀ ਦੁਨੀਆ ਦੀ ਰਕਸ਼ਾ ਵਾਸਤੇ ਸਰਬੱਤ ਦੇ ਭਲੇ ਲਾਏ ਇਹ ਮੈਂ ਸੀਸ ਆਪ ਦੇ ਪਿਤਾ ਦਾ ਵਾਰਿਆ, ਤੇ ਹੁਣ ਤਾਂ ਅੰਮ੍ਰਿਤ ਛਕਾਓ। ਕਹਿੰਦੇ ਮਹਾਰਾਜ ਸਿੱਖ ਵੀ ਇੱਕ ਸੀਸ ਦੇਵੇ ਤੇ ਗੁਰੂ ਵੀ ਇੱਕ ਸੀਸ ਦੇਵੇ। ਤੁਸੀਂ ਸਾਡੇ ਗੁਰੂ ਸਾਹਿਬ ਹੋ, ਕੁਛ ਵੱਧ ਭੇਟਾ ਚਾਹੀਦੀ ਹੈ। ਮਾਰੇ ਕਹਿੰਦੇ ਮੇਰਾ ਸੀਸ ਵੀ ਹਾਜ਼ਰ ਹੈ, ਭਾਵੇਂ ਹੁਣੇ ਲੈ ਲਓ, ਪਰ ਇੱਕ ਬੇਨਤੀ ਹੈ, ਜੇ ਤੁਸੀਂ ਮੈਨੂੰ ਅੰਮ੍ਰਿਤ ਛਕਾ ਦਿਓਗੇ, ਸਿੰਘ ਸਜਾ ਦਿਓਗੇ, ਤਾਂ ਮੈਂ ਤੁਹਾਡੇ ਨਾਲ ਜ਼ਬਾਨ ਕਰਦਾ, ਬਚਨ ਕਰਦਾ ਕਿ ਜਦ ਵੀ ਤੁਹਾਨੂੰ ਸੀਸ ਦੀ ਜ਼ਰੂਰਤ ਪਏਗੀ, ਮੇਰਾ ਤਾਂ ਹਾਜ਼ਰ ਹੈ ਹੀ ਹੈ, ਮੈਂ ਆਪ ਦੇ ਪਰਿਵਾਰ ਦੇ ਮੈਂਬਰਾਂ ਦੇ ਸੀਸ ਵੀ ਲੁਕਾ ਕੇ ਨਹੀਂ ਰੱਖਾਂਗਾ। ਸੋ ਕਲਗੀਧਰ ਜੀ ਨੇ ਉਹ ਬਚਨ ਪੂਰਾ ਕੀਤਾ। ਜੇ ਮਹਾਰਾਜ ਚਾਹੁੰਦੇ ਤਾਂ ਸਾਧ ਸੰਗਤ ਜੀਓ ਚਮਕੌਰ ਦੀ ਗੜੀ ਵਿੱਚੋਂ ਆਪ ਬਚ ਕੇ ਨਿਕਲੇ ਸਨ। ਆਪ ਦੇ ਨਾਲ 3 ਸਿੰਘਾਂ ਨੂੰ ਬਚਾ ਕੇ ਕੱਢਿਆ ਜਿਉਂਦੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, 2 ਪਿਆਰੇ, ਇੱਕ ਬਾਬਾ ਮਾਨ ਸਿੰਘ ਜੀ, ਤਿੰਨਾਂ ਨੂੰ ਬਚਾ ਕੇ ਕੱਢਿਆ। ਸਾਹਿਬਜ਼ਾਦੇ ਵੀ ਜਿਉਂਦੇ ਆਪ ਦੇ ਨਾਲ ਕੱਢ ਸਕਦੇ ਸੀ। ਸਰਸਾ ਤੋਂ ਬਚਾ ਕੇ ਲਿਆਂਦਾ ਸੀ ਬਾਬਾ ਅਜੀਤ ਸਿੰਘ ਨੂੰ, ਉਹਨੇ ਉੱਥੇ ਸ਼ਹੀਦ ਹੋ ਜਾਣਾ ਸੀ। ਜਥੇਦਾਰ ਉਦੇ ਸਿੰਘ ਨੂੰ ਆਖਿਆ ਜਾ ਭਾਈ ਉਦੇ ਸਿੰਘ, ਸਾਹਿਬਜ਼ਾਦੇ ਨੂੰ ਸੁਨੇਹਾ ਦੇ ਕਿ ਤੇਰੀ ਜਗ੍ਹਾ ਇਹ ਨਹੀਂ ਹੈ, ਤੇਰੀ ਜਗ੍ਹਾ ਸ਼ਹੀਦੀ ਵਾਲੀ ਅੱਗੇ ਹੈ, ਤੇ ਤੂੰ ਇੱਥੋਂ ਸਾਡੇ ਕੋਲ ਆ ਜਾ ਤੇ ਤੂੰ ਕਮਾਂਡ ਸੰਭਾਲ। ਗੁਰੂ ਸਾਹਿਬ ਦੇ ਹੁਕਮ ਮੁਤਾਬਕ ਜਥੇਦਾਰ ਬਾਬਾ ਉਦੇ ਸਿੰਘ ਨੇ ਸਰਸਾ ਦੇ ਕਿਨਾਰੇ ਫੌਜ ਦੀ ਕਮਾਂਡ ਸੰਭਾਲੀ ਤੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਗੁਰੂ ਦਾ ਹੁਕਮ ਸੁਣਾਇਆ। ਉੱਥੋਂ ਮਹਾਰਾਜ ਨੇ ਬਚਾ ਕੇ ਕੱਢਿਆ।
ਚਮਕੌਰ ਦੀ ਜੰਗ ਵਿੱਚੋਂ ਵੀ ਬਚਾ ਕੇ ਲਿਜਾ ਸਕਦੇ ਸੀ, ਪਰ ਨਹੀਂ। ਇਨ ਪੁੱਤਰਨ ਕੇ ਸੀਸ ਪਰ, ਸ਼ਾਮ ਨੂੰ ਕਥਾ ਚੱਲ ਰਹੀ ਹੈ। ਕੱਲ ਹੀ ਕਥਾ ਆਈ ਕਿ ਸਾਡੀਆਂ ਮਾਤਾਵਾਂ ਨੇ ਜਦ ਸਿੰਘ ਸਾਹਿਬ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਤੋਂ ਆ ਕੇ ਗੁਰੂ ਸਾਹਿਬ ਦੇ ਪਹਿਲੀ ਵਾਰ ਕਾਫੀ ਲੰਮੇਰੇ ਸਮੇਂ ਬਾਅਦ, ਅਨੰਦਪੁਰ ਤੋਂ ਬਾਅਦ, ਸਰਸਾ ਦੇ ਵਿਛੜੇ ਤੋਂ ਬਾਅਦ ਦਮਦਮਾ ਸਾਹਿਬ ਤਖਤ ਸਾਹਿਬ ਵਾਲੇ ਸਥਾਨ ਦੇ ਦਰਸ਼ਨ ਕੀਤੇ ਤਾਂ ਆਖਿਆ ਜੀ ਸਾਰੀ ਸੰਗਤ ਦੇਖ ਰਹੀ ਹੈ, ਸਾਡੇ ਸਾਹਿਬਜ਼ਾਦੇ ਕਿੱਥੇ ਛੱਡ ਆਏ ਹੋ? ਪਤਾ ਚੱਲਿਆ ਕਿ ਸ਼ਹੀਦ ਕਰਾਏ ਨੇ। ਫਿਰ ਰੋਣ ਲੱਗ ਪਈਆਂ। ਮਹਾਰਾਜ ਕਹਿੰਦੇ ਤੁਹਾਨੂੰ ਰੋਣਾ ਮੁਨਾਸਿਬ ਨਹੀਂ ਹੈ, ਤੁਸੀਂ ਤਾਂ ਸ਼ਹੀਦਾਂ ਪੁੱਤਰਾਂ ਦੀਆਂ ਮਾਵਾਂ ਹੋ, ਤੁਸੀਂ ਧੀਰਜ ਰੱਖੋ। ਵੇਖੋ ਇਹ ਤੁਹਾਡੇ ਹੀ ਪੁੱਤਰ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਇਹ ਸਾਰੇ ਤੁਹਾਡੇ ਹੀ ਪੁੱਤਰ ਨੇ। ਪ੍ਰਤੱਖ ਮਾਤਾ ਸਾਹਿਬ ਦੇਵਾਂ ਕੌਰ ਦੀ ਝੋਲੀ ਖਾਲਸਾ ਪੁੱਤ ਪਾਇਆ। ਇਹ ਕਲਗੀਧਰ ਮਹਾਰਾਜ ਜੀ ਦਾ ਸਾਡੇ ਨਾਲ ਸਾਧ ਸੰਗਤ ਜੀ ਉਹ ਪਿਆਰ ਹੈ, ਜਿਨ੍ਹਾਂ ਆਪਦੇ ਬੱਚੇ ਵੀ ਸਾਥੋਂ ਮਾਰ ਦਿੱਤੇ ਤੇ ਸਾਨੂੰ ਬੱਚੇ ਆਖਿਆ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਵਰਗਾ ਸਰੂਪ ਬਣਾਈਏ। ਕਮ ਸੇ ਕਮ ਜੇ ਦਮਾਲੇ ਨਹੀਂ ਸਜਾ ਸਕਦੇ ਤਾਂ ਜਿਹੜੀ ਆਮ ਸਮਾਜ ਵਿੱਚ ਦਸਤਾਰ ਚੱਲਦੀ ਹੈ ਉਹ ਤਾਂ ਸਜਾਈਏ। ਛੋਟਾ ਜਿਹਾ ਪਟਕਾ ਵੀ ਭਾਰੂ ਲੱਗਣ ਲੱਗ ਪਿਆ, ਰੁਮਾਲ ਵੇ ਤੇ ਚੁੰਨੀਆਂ ਵੀ ਆਪਾਂ ਗੁਰਦੁਆਰਿਓਂ ਲੱਭਦੇ ਹਾਂ ਵੀ ਉਹ ਵੀ ਬਾਬਾ ਜੀ ਸਾਨੂੰ ਫੜ ਕੇ ਫੜਾ ਦੇਵੇ। ਗੁਰਦੁਆਰੇ ਦਾ ਗ੍ਰੰਥੀ ਗੇਟ ਅੱਗੇ ਖੜਾ ਹੋਵੇ, ਉਹ ਸਾਨੂੰ ਆਖੇ ਸਿਰ ਢੱਕ ਬੀਬੀ, ਸਿਰ ਢੱਕ ਪੁੱਤ, ਆ ਫੜ ਮੇਰੇ ਕੋਲ ਤੂੰ ਰੁਮਾਲ ਲੈ ਲਾ। ਐਸਾ ਸਾਡਾ ਸੁਭਾਅ ਬਣ ਗਿਆ। ਗੁਰੂ ਸਾਹਿਬ ਕਿਰਪਾ ਕਰਨ, ਕੇਸ ਦਾੜੀਆਂ ਸਹਿਤ ਸਾਬਤ ਸੂਰਤ ਰਹੀ ਹੈ। ਜਦ ਗੁਰੂ ਮਹਾਰਾਜ ਨੂੰ ਅੰਮ੍ਰਿਤ ਛਕਾਇਆ, ਪੰਜ ਪਿਆਰਿਆਂ ਨੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ। ਆਖਿਆ ਖਾਲਸਾ ਜੀ ਅੱਜ ਮੈਂ ਬੜਾ ਪ੍ਰਸੰਨ ਹਾਂ, ਜੋ ਕੁਛ ਮੰਗਣਾ ਮੰਗ ਲਵੋ। ਕਹਿੰਦੇ ਆਪ ਦਾ ਦਿੱਤਾ ਸਭ ਕੁਛ ਹੈ। ਗੁਰੂ ਸਾਹਿਬ ਨੇ ਫਿਰ ਬਚਨ ਕੀਤਾ, ਕਹਿੰਦੇ ਨਾਮਦਾਨ ਇਸ਼ਨਾਨ ਬਖਸ਼ੋ। ਮਹਾਰਾਜ ਕਹਿੰਦੇ ਉਹ ਤਾਂ ਤੁਹਾਨੂੰ ਬਖਸ਼ਿਆ ਹੈ ਹੀ, ਮੈਂ ਸਭ ਕੁਛ ਦੇਣ ਨੂੰ ਤਿਆਰ ਹਾਂ। ਤਾਂ ਪੰਜ ਪਿਆਰਿਆਂ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਇਹ ਖਾਲਸਾ ਪੰਥ ਆਪ ਦਾ ਸਿਰਜਿਆ ਹੋਇਆ ਹੈ। ਜਿੱਥੇ ਵੀ ਖਾਲਸਾ ਪੰਥ ਆਪ ਜੀ ਨੂੰ ਯਾਦ ਕਰੇ ਉਸੇ ਵਕਤ ਆਪ ਨੇ ਹਾਜ਼ਰ ਹੋ ਕੇ ਅੰਗ ਸੰਗ ਸਹਾਈ ਹੋਣਾ, ਖਾਲਸਾ ਪੰਥ ਦੀ ਸਹਾਇਤਾ ਕਰਨੀ। ਸਤਿਗੁਰੂ ਜੀ ਕਹਿੰਦੇ ਸਤ ਬਚਨ ਖਾਲਸਾ ਜੀ, ਮੈਂ ਹਮੇਸ਼ਾ ਹੀ ਤੁਹਾਡਾ ਤਾਬਿਆਦਾਰ ਹਾਂ। ਜਦੋਂ ਵੀ ਯਾਦ ਕਰੋ ਮੈਂ ਜ਼ਰੂਰ ਸੇਵਾ 'ਚ ਹਾਜ਼ਰ ਹੋਵਾਂਗਾ, ਪਰ ਇੱਕ ਮੇਰੀ ਇਹ ਬੇਨਤੀ ਹੈ, ਮਦਦ ਮੈਂ ਕਰੂੰਗਾ ਪਰ ਕਰੂੰਗਾ ਉਹਦੀ ਜਿਹੜਾ ਮੇਰਾ ਹੁਕਮ ਮੰਨੂਗਾ। ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਈ ਸੀ। ਮੈਂ ਹੁਕਮ ਵੀ ਆਪਦੀ ਮਰਜ਼ੀ ਨਾਲ ਨਹੀਂ, ਅਕਾਲ ਪੁਰਖ ਦਾ ਹੁਕਮ ਸੁਣਾਊਂਗਾ। ਅਕਾਲ ਪੁਰਖ ਦਾ ਹੁਕਮ ਕੀ ਹੈ ਕਿ ਗੁਰਮਤਿ ਰਹਿਤ ਮਰਿਆਦਾ, ਪੰਜਾਂ ਕਕਾਰਾਂ ਦੀ ਰਹਿ ਚ ਪ੍ਰਪੱਕ ਰਹੋ, ਚਾਰ ਬਜਰ ਕਰੈਤਾ ਤੋਂ ਬਚ ਕੇ ਰਹੋ। ਜੋ ਹਮਰੀ ਫੁਨ ਰਹਿਤ ਸੋ ਰਾਖੈ, ਜਿਹੜਾ ਸਾਡੀ ਪੰਜ ਕਕਾਰੀ ਰਹਿਤ ਰੱਖੇਗਾ, ਚਾਰ ਬਜਰ ਕਰੈਤਾ ਤੋਂ ਬਚ ਕੇ ਰਹੇਗਾ, ਹੁੱਕਾ ਨਹੀਂ ਪਏਗਾ, ਹਜਾਮਤ ਨਹੀਂ ਕਰਾਏਗਾ, ਹਲਾਲ ਆਦਿ ਕਿਸੇ ਮਾਸ ਦੀ ਵਰਤੋਂ ਨਹੀਂ ਕਰੇਗਾ ਤੇ ਹਰਾਮ ਦਾ ਨਾ ਖਾਏਗਾ ਨਾ ਭੋਗੇਗਾ। ਜੋ ਹਮਰੀ ਫੁਨ ਰਹਿਤ ਸੋ ਰਾਖੈ, ਗੁਰਬਾਣੀ ਰਸ ਨਿਤ ਉਠ ਚਾਖੈ, ਤੇ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਰਸ ਚੱਖੇਗਾ। ਮੈਂ ਤਾਂ ਕੇ ਸਦ ਰਹੂੰ ਸਹਾਏ, ਮੈਂ ਹਮੇਸ਼ਾ ਹੀ ਉਹਦੇ ਅੰਗ ਸੰਗ ਸਹਾਈ ਰਹਾਂਗਾ। ਦੁੱਖ ਵਿਘਨ ਸਗਲੇ ਤਿਨ ਘਾਇਕ, ਉਹਦੇ ਦੁੱਖ ਅਤੇ ਵਿਘਨ ਹਮੇਸ਼ਾ ਹੀ ਮੈਂ ਖਤਮ ਕਰ ਦਿਆਂਗਾ। ਸਾਧ ਸੰਗਤ ਜੀਓ, ਐਸਾ ਗੁਰੂ ਮਹਾਰਾਜ ਨੇ ਬਚਨ ਦਿੱਤਾ। ਇੱਕ ਵਾਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਉੱਠ ਕੇ ਚੌਂਕੜਾ ਮਾਰ ਕੇ ਤੇ ਕੁਛ ਪੜ੍ਹ ਰਹੇ ਸੀਗੇ, ਬੁੱਲ ਫਰਕ ਰਹੇ ਗੁਰੂ ਸਾਹਿਬਾਂ ਦੇ।
ਪਿਆਰੇ ਦਇਆ ਸਿੰਘ ਸਾਹਿਬ ਨੇ ਮਹਾਰਾਜ ਨੂੰ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਅਸੀਂ ਤਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਨੂੰ ਯਾਦ ਕਰਦੇ ਹਾਂ। ਤੁਸੀਂ ਰੱਬ ਹੋ ਸਾਡੇ ਵਾਸਤੇ, ਅਤੇ ਤੁਸੀਂ ਕਿਹੜੇ ਰੱਬ ਨੂੰ ਯਾਦ ਕਰਦੇ ਹੋ? ਤੁਸੀਂ ਤਾਂ ਖੁਦ ਭਗਵਾਨ ਹੋ, ਪਰਮਾਤਮਾ ਹੋ। ਤੁਹਾਨੂੰ ਸਿਮਰਨ ਕਰਨ ਦੀ ਕੀ ਲੋੜ ਹੈ? ਤਾਂ ਸਤਿਗੁਰੂ ਜੀ ਬੜੇ ਪਿਆਰ ਅਤੇ ਵਿਰਾਗ 'ਚ ਆ ਕੇ ਕਹਿਣ ਲੱਗੇ, ਹੇ ਪਿਆਰੇ ਦਇਆ ਸਿੰਘ ਜੀ, ਜਿਹੜੇ ਤੁਹਾਡੇ ਵਰਗੇ ਗੁਰਸਿੱਖ ਸਾਨੂੰ ਨਿੱਤ ਯਾਦ ਕਰਦੇ ਨੇ, ਸਾਡਾ ਸਿਮਰਨ ਕਰਦੇ ਨੇ। ਕਹਿੰਦੇ ਜੀ ਅਸੀਂ ਤਾਂ ਤੁਹਾਡਾ ਸਿਮਰਨ ਕਰਦੇ ਹਾਂ, ਤੁਸੀਂ ਕਿਹਨੂੰ ਯਾਦ ਕਰਦੇ ਹੋ? ਤੁਹਾਨੂੰ ਕੀ ਲੋੜ ਹੈ? ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਯਾਦ ਕਰਦੇ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਜਾਪ ਜਪਦੇ ਹਾਂ? ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, 5 ਮੁਕਤੇ ਨੇ, ਅਤੇ ਭਾਈ ਧਿਆਨ ਸਿੰਘ ਜੀ, ਭਾਈ ਗੰਡਾ ਸਿੰਘ ਜੀ ਇਤਿਆਦਿਕ। ਅਤੇ 40 ਮੁਕਤੇ ਮੁਕਤਸਰ ਸਾਹਿਬ ਦੇ ਹਨ। ਇਉਂ 5 ਪਿਆਰਿਆਂ ਜਦ ਅੰਮ੍ਰਿਤ ਪਾਨ ਕਰ ਲਿਆ, ਅਤੇ 5 ਸਿੰਘ ਹੋਰ ਉੱਠ ਕੇ ਖੜ੍ਹੇ ਹੋ ਗਏ। ਕਹਿੰਦੇ ਮਹਾਰਾਜ ਸਾਡਾ ਵੀ ਸੀਸ ਹਾਜ਼ਰ ਹੈ ਜੀ, ਜਿਵੇਂ 5 ਦਾ ਲਿਆ, 6ਵੀਂ ਵਾਰ ਤੁਸੀਂ ਆਇਓ ਹੀ ਨਹੀਂ। ਆਪਾਂ ਤਾਂ ਤਿਆਰ ਖੜ੍ਹੇ ਸੀਗੇ, ਤੁਸੀਂ 6ਵਾਂ ਸੀਸ ਮੰਗਿਆ ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਸ਼ਾਬਾਸ਼ ਭਾਈ, ਸ਼ਾਬਾਸ਼ ਤੁਹਾਡੀ ਬਹਾਦਰੀ ਨੂੰ। 5 ਕਹਿਣ ਸਾਡਾ ਸੀਸ ਵੀ ਲਓ ਜੀ। ਮਹਾਰਾਜ ਕਹਿੰਦੇ ਹੁਣ ਮੈਂ ਸੀਸ ਨਹੀਂ ਲਾਹਾਂਗਾ। ਇਹੀ ਹੁਕਮ ਸੀ ਵਾਹਿਗੁਰੂ ਜੀ ਦਾ। ਤੁਸੀਂ ਵੀ 5 ਮੁਕਤੇ ਹੋ। ਇਉਂ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਐਸੇ ਸਾਹਿਬ ਜਿਹੜੇ ਆਪਦੇ ਪਿਆਰੇ ਸਿੰਘਾਂ ਨੂੰ ਯਾਦ ਕਰਦੇ ਨੇ, ਹਮੇਸ਼ਾ ਹੀ ਖਾਲਸਾ ਬੰਧਨ ਨਾਲ ਪ੍ਰੇਮ ਰੱਖਦੇ ਨੇ, ਉਹ ਹਮੇਸ਼ਾ ਸਾਡੇ ਅੰਗ ਸੰਗ ਨੇ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸਾਡੀ ਰਹਿਤ ਰੱਖੂਗਾ, ਸਾਡੀ ਬਾਣੀ ਪੜੂਗਾ, ਸਾਧ ਸੰਗਤ ਜੀ ਅਸੀਂ ਹਮੇਸ਼ਾ ਉਹਦੀ ਸਹਾਇਤਾ ਕਰਾਂਗੇ। ਪਰ ਅਸੀਂ ਨਿਕੰਮੇ ਜੰਮ ਪਏ। ਪੁਰਾਣੇ ਸਿੱਖ ਤਾਂ ਐਵੇਂ ਕਮਲੇ ਹੀ ਸੀਗੇ ਜਿਹੜੇ ਇੰਨੀ ਬਾਣੀ ਪੜ੍ਹਦੇ ਤੁਰ ਗਏ। ਅਸੀਂ 5 ਬਾਣੀਆਂ ਵੀ ਘਟਾ ਕੇ ਕਾਂਟ ਛੱਡ ਕੇ 3 ਰੱਖ ਲਈਆਂ। ਉਹਦੇ 'ਤੇ ਵੀ ਤਰਕ ਕਰਦੇ ਹਾਂ ਕਿ ਜੀ ਜਾਪ ਸਾਹਿਬ ਕਿਹੜਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ? ਕਿਹਨੂੰ ਮੰਨਦੇ ਹੋ? ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਵੀ ਜੇ ਗੁਰੂ ਗ੍ਰੰਥ ਸਾਹਿਬ ਤਾਂ ਜਾਪ ਸਾਹਿਬ ਕਿਉਂ ਪੜ੍ਹਦੇ ਹੋ? ਇਹੋ ਜਿਹੇ ਤਰਕਸ਼ੀਲ ਬੰਦੇ ਸਿੱਖ ਕੌਮ ਦੇ ਵਿੱਚ ਜੰਮ ਪਏ, ਜਿਹੜੇ ਜਾਪ ਸਾਹਿਬ ਬਾਣੀ ਦੀ ਅਕਾਲ ਉਸਤਤ ਦਸਮ ਦੀ ਬਾਣੀ ਤਰਕ ਕਰੀ ਜਾ ਰਹੇ ਨੇ। ਆਪ ਤਾਂ ਬਾਣੀ ਪੜ੍ਹਨੀ ਨਹੀਂ, ਆਲਸੀ ਨੇ, ਦੂਜਿਆਂ ਦਾ ਉੱਦਮ ਹੀ ਤੋੜਦੇ ਭੰਗ ਕਰਦੇ ਨੇ। ਸਾਹਿਬ ਉਹਨਾਂ ਨੂੰ ਸਮੱਤ ਬਖਸ਼ਣ। ਉਹੋ ਜਿਹਾ ਖਾਲਸਾ ਥੋੜ੍ਹੀ ਮਹਾਰਾਜ ਨੇ ਬਣਾਇਆ ਸੀ ਨਸ਼ਰਦਕ ਪੁਣੇ ਵਾਲਾ। ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਬਾਣੀ ਦੇ ਨਿਤਨੇਮ 'ਤੇ। ਸੋ ਇੰਝ ਜਿਹੜਾ ਨਿਤਨੇਮੀ ਪੁਰਖ ਹੈ, ਰਹਿਤ ਵਾਲਾ ਪੁਰਖ ਹੈ, ਸਾਹਿਬ ਕਹਿੰਦੇ ਮੈਂ ਹਮੇਸ਼ਾ ਬਿਨਾਂ ਹੀ ਯਾਦ ਕਰਨ ਤੋਂ ਉਹਦੇ ਅੰਗ ਸੰਗ ਹਾਂ, ਹਮੇਸ਼ਾ ਉਹਦੇ ਨਾਲ ਹਾਂ। ਇਸ ਲਈ ਹਰ ਸਦਾ ਧਿਆਏ ਤੂੰ ਗੁਰਮੁਖਾ, ਤੂੰ ਉਸ ਵਾਹਿਗੁਰੂ ਨੂੰ ਹਮੇਸ਼ਾ ਹੀ ਧਿਆਉਣਾ ਕਰ। ਜਨ ਨਾਨਕ ਸੋ ਹਰ ਨਾਲ ਹੈ ਤੇਰੇ। ਗੁਰੂ ਸਾਹਿਬ ਜੀ ਇੰਝ ਫਰਮਾਉਂਦੇ ਹਨ, ਜਨ ਨਾਨਕ ਸੋ ਹਰ ਨਾਲ ਹੈ ਤੇਰਾ। ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਸਾਹਿਬ ਫਰਮਾਉਂਦੇ ਹਮੇਸ਼ਾ ਹੀ ਤੇਰੇ ਨਾਲ, ਤੇਰੇ ਅੰਗ ਸੰਗ ਵਸਦਾ ਹੈ। ਹਰ ਸਦਾ ਧਿਆਏ ਤੂੰ, ਉਹਨੂੰ ਤੂੰ ਸਦਾ ਧਿਆਉਣਾ ਕਰ, ਅਰਾਧਨਾ ਕਰ। ਤੁਧ ਲਏ ਛੜਈਐ, ਉਹ ਤੈਨੂੰ ਜਮਾਂ ਦੇ ਦੁੱਖ ਤੋਂ, ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਜਾਂ ਜੰਮਣ ਮਰਨ ਦੇ ਦੁੱਖ ਤੋਂ ਛੁਡਾ ਲੈਣਾ ਕਰੇਗਾ। ਗੁਰਸਿੱਖ ਕਦੀ ਵੀ ਇਕੱਲਾ ਨਹੀਂ ਹੁੰਦਾ। ਇਸ ਲਈ ਜਦ ਵੀ ਤੁਸੀਂ ਗੁਰੂ ਘਰ ਆਉਂਦੇ ਹੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਹਨੇਰੇ ਸਵੇਰੇ ਆਉਣਾ ਹੀ ਪੈਂਦਾ। ਆ ਨਵੇਂ ਸਾਲ ਵਾਲੇ ਦਿਨ ਰਾਤ ਦੇ 1 ਵੱਜ ਜਾਂਦਾ, ਇੱਥੇ 1 ਵਜੇ ਆਪਦੇ ਘਰ ਨੂੰ ਜਾਈਦਾ। ਅਤੇ ਅੰਮ੍ਰਿਤ ਵੇਲੇ ਹੀ ਗੁਰੂ ਜੀ ਦਾ ਇੱਥੇ ਪ੍ਰਕਾਸ਼ ਹੁੰਦਾ 2:30 ਵਜੇ। ਬੇਅੰਤ ਸੰਗਤਾਂ ਸਾਥੋਂ ਪਹਿਲਾਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਹੋ ਕੇ ਚਲੀਆਂ ਗਈਆਂ। ਹਨੇਰੇ ਸਵੇਰੇ ਕਈ ਵਾਰ ਬੰਦਾ ਮਹਿਸੂਸ ਕਰਦਾ ਕਿ ਆਪਾਂ ਇਕੱਲੇ ਹਾਂ, ਡਰ ਮੰਨਦਾ। ਪਰ ਜੇ ਆਹ ਪੰਗਤੀ ਆਪਾਂ ਪੜ੍ਹੀਏ ਤਾਂ ਫਿਰ ਡਰ ਮੰਨਣਾ ਨਹੀਂ ਚਾਹੀਦਾ। ਮਹਾਰਾਜ ਦਾ ਹੁਕਮ ਹੈ, ਸੋਰਠ ਮਹੱਲਾ ਪੰਜਵਾ, ਪ੍ਰਭ ਕੀ ਸਰਨ
ਸਗਲ ਭੈ ਲਾਥੇ। ਤੁਸੀਂ ਆਪ ਨੂੰ ਪ੍ਰਭੂ ਦੀ ਸ਼ਰਨ ਵਿੱਚ ਪਾਓ, ਮਹਿਸੂਸ ਕਰੋ ਕਿ ਗੁਰੂ ਮੇਰੇ ਨਾਲ ਹੈ, ਤਾਂ ਤੁਹਾਡੇ ਸਾਰੇ ਡਰ ਖਤਮ ਹੋ ਜਾਣਗੇ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਜਿੰਨਾ ਦੂਰ ਸਮਝੀ ਉਹਨਾਂ ਦੂਰ ਹੈ, ਜਿੰਨਾ ਨੇੜੇ ਸਮਝੀ ਉਹਨਾਂ ਨੇੜੇ ਹੈ। ਤੋ ਇਸ ਲਈ ਜੇ ਨੇੜੇ ਸਮਝੋਗੇ, ਜਿਵੇਂ ਦ੍ਰੋਪਦੀ ਨੂੰ ਜਿਸ ਵਕਤ ਉਹ ਘਰ ਆਈ ਤਾਂ ਹੱਸ ਬੋਲੇ ਭਗਵਾਨ ਜੀ, ਬੋਲੇ ਪੈਜ ਰਹੀ ਸ਼ਰਮਾਂਦੀ। ਭਗਵਾਨ ਜੀ ਹੱਸ ਕੇ ਪੁੱਛਣ ਲੱਗੇ ਵੀ ਹਾਂ ਦੱਸ ਕੀ ਹਾਲ ਹੈ, ਤੇਰੀ ਇੱਜ਼ਤ ਰਹਿ ਗਈ ਸਭਾ ਦੇ ਵਿੱਚ? ਤੇ ਵਿਚਾਰੀ ਸੰਕੋਚ ਮਈ ਲਹਿਜੇ ਵਿੱਚ ਕਹਿਣ ਲੱਗੀ, ਮਹਾਰਾਜ ਤੁਸੀਂ ਚੰਗੀ ਕੀਤੀ ਮੇਰੇ ਨਾਲ। ਕਹਿੰਦੇ ਕੀ ਹੋਇਆ? ਕਹਿੰਦੇ ਮੈਂ ਤਾਂ ਘਬਰਾ ਹੀ ਗਈ ਕਿ ਪਤਾ ਨਹੀਂ ਤੁਸੀਂ ਆਓਗੇ ਨਹੀਂ ਆਓਗੇ। ਕਿੰਨਾ ਮੈਂ ਵੇਖੋ ਤੁਹਾਨੂੰ ਯਾਦ ਕੀਤਾ, ਕਿੰਨਾ ਤੁਹਾਡਾ ਸਿਮਰਨ ਕੀਤਾ, ਇੱਜ਼ਤ ਤਾਂ ਮੇਰੀ ਰਹਿ ਗਈ, ਪਰ ਲੇਟ ਕਿਉਂ ਆਏ? ਹੈਰਾਨੀ ਦੀ ਗੱਲ ਹੈ, ਮੈਂ ਤਾਂ ਘਬਰਾਈ ਪਈ ਸੀਗੀ। ਜੇ ਤੁਸੀਂ ਲੇਟ ਹੋਰ ਥੋੜ੍ਹਾ ਜਿਹਾ ਹੋ ਜਾਂਦੇ ਤੇ ਫਿਰ ਤਾਂ ਬੜੀ ਮੁਸ਼ਕਿਲ ਖੜੀ ਹੋ ਜਾਣੀ ਸੀ। ਕਹਿੰਦੇ ਨਹੀਂ ਮੈਂ ਤਾਂ ਨਹੀਂ ਲੇਟ ਹੋਇਆ। ਕਹਿੰਦੇ ਕਿੰਨਾ ਮੈਂ ਤੁਹਾਨੂੰ ਯਾਦ ਕੀਤਾ? ਕਹਿੰਦੇ ਨਹੀਂ ਤੂੰ ਮੈਨੂੰ ਯਾਦ ਹੀ ਨਹੀਂ ਕੀਤਾ ਬਹੁਤਾ, ਇੱਕੋ ਵਾਰੀ ਯਾਦ ਕੀਤਾ, ਮੈਂ ਉਸੇ ਵਕਤ ਹੀ ਹਾਜ਼ਰ ਹੋ ਗਿਆ। ਕਹਿੰਦੇ ਹੈ ਮਹਾਰਾਜ ਮੈਂ ਤਾਂ ਬੜੇ ਤੁਹਾਡੇ ਨਾਮ ਲੈ ਲੈ ਪੁਕਾਰਦੀ ਰਹੀ। ਕਹਿੰਦੇ ਦੱਸ ਕੀ ਨਾਂ ਲੈਂਦੀ ਸੀ? ਕਹਿੰਦੀ ਮੈਂ ਆਖਿਆ ਇਹ ਗੋਵਰਧਨ ਧਾਰੀ ਮੇਰੀ ਰੱਖਿਆ ਕਰੋ, ਇਹ ਮੁਰਲੀ ਮਨੋਹਰ ਮੇਰੀ ਰੱਖਿਆ ਕਰੋ, ਇਹ ਸਾਵਲ ਸੁੰਦਰ ਰਾਮਈਆ ਮੇਰੀ ਰੱਖਿਆ ਕਰੋ। ਕਹਿੰਦੇ ਲੈ ਇਹ ਕੋਈ ਨਾਮ ਹੈ? ਇਹ ਤਾਂ ਕਿਰਤਮ ਨਾਮ ਨੇ। ਕੱਪੜਾ ਵੇਚਣ ਵਾਲੇ ਨੂੰ ਬਜਾਜੀ ਕਹਿੰਦੇ ਨੇ, ਲੋਹਾ ਕੁੱਟਣ ਵਾਲੇ ਨੂੰ ਲੋਹਾਰ ਕਹਿੰਦੇ ਨੇ, ਅਤੇ ਮਿੱਟੀ ਦੇ ਭਾਂਡੇ ਘੜਨ ਵਾਲੇ ਨੂੰ ਘੁਮਿਆਰ ਕਹਿੰਦੇ ਨੇ। ਇਸੇ ਤਰ੍ਹਾਂ ਬੁਣਨ ਵਾਲੇ ਨੂੰ ਜਲਾਇਆ ਕਹਿੰਦੇ ਨੇ, ਸੀਣ ਵਾਲੇ ਨੂੰ ਦਰਜੀ ਕਹਿੰਦੇ ਹਨ। ਇਹ ਤਾਂ ਬੰਦੇ ਦੇ ਕਰਮ ਮੁਤਾਬਕ ਉਹਦੇ ਨਾਮ ਹਨ, ਇਹ ਮੇਰਾ ਅਸਲੀ ਨਾਂ ਥੋੜ੍ਹਾ ਆ। ਕਹਿੰਦੇ ਫਿਰ ਸਹਾਇਤਾ ਕਦੋਂ ਹੋਈ? ਕਹਿੰਦੇ ਜਦ ਮੈਂ ਆਖਿਆ ਹੇ ਸਰਬ ਵਿਆਪੀ ਮੇਰੀ ਰੱਖਿਆ ਕਰੋ। ਕਹਿੰਦੇ ਮੈਂ ਤਾਂ ਤੇਰੇ ਸੱਜੇ ਪਾਸੇ ਪਹਿਲਾਂ ਹੀ ਖੜ੍ਹਾ ਸੀਗਾ, ਮੈਂ ਤੇਰੇ ਮੂੰਹ ਵੱਲ ਵੇਖਦਾ ਵੀ ਹੈ ਕਮਲੀ, ਇਹਨੂੰ ਆਉਂਦਾ ਹੀ ਨਹੀਂ ਨਾਮ ਜਪਣਾ ਯਾਦ ਕਰਨਾ। ਜਦ ਤੂੰ ਆਖਿਆ ਸਰਬ ਵਿਆਪੀ ਮੇਰੀ ਰੱਖਿਆ ਕਰੋ, ਦੱਸ ਮੈਂ ਹਾਜ਼ਰ ਹੋਇਆ ਕਿ ਨਹੀਂ ਹੋਇਆ? ਕਹਿੰਦੇ ਜੀ ਹਾਂ। ਇੰਝ ਸੱਚੇ ਮਨੋਂ ਕੋਈ ਯਾਦ ਕਰੇ, ਪਾਤਸ਼ਾਹ ਜੀ ਕਥਨ ਕਰਦੇ ਨੇ ਜੇ ਤੂੰ ਹਰੀ ਦੇ ਨਾਮ ਨੂੰ ਹਮੇਸ਼ਾ ਧਿਆਏਂਗਾ ਗੁਰਮੁਖਾ ਤਾਂ ਤੈਨੂੰ ਜਮਾਂ ਤੋਂ ਛੁਡਾ ਲਏਗਾ। ਸਦਾ ਦਾ ਮਤਲਬ ਕੀ ਹੈ? ਜੇ ਮਹਾਰਾਜ ਨੇ ਲਿਖਿਆ ਏਕ ਚਿੱਤ ਜੇ ਕਸ਼ਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ, ਫਿਰ ਸਦਾ ਦੀ ਕੀ ਲੋੜ ਪੈ ਗਈ? ਜਦੋਂ ਆਪਾਂ ਮਰਾਂਗੇ ਉਦੋਂ ਇੱਕ ਵਾਰ ਕਹਿ ਦਿਆਂਗੇ ਵਾਹਿਗੁਰੂ, ਕਿ ਇੱਕ ਵਾਰ ਮਹਾਰਾਜ ਨਹੀਂ ਛਡਾਊਗਾ? ਸਦਾ ਦਾ ਮਤਲਬ ਕੀ ਹੋਇਆ? ਇਹ ਸਵਾਲ ਪੈਦਾ ਹੁੰਦਾ। ਜਿੱਥੋਂ ਤੱਕ ਮੈਨੂੰ ਸਮਝ ਆਈ ਹੈ ਉਹ ਇਹ ਹੈ ਕਿ ਜਿਹੜਾ ਕੰਮ ਆਪਾਂ ਡੇਲੀ ਕਰੀਏ ਕੋਈ ਵੀ ਹੈ ਅਤੇ ਉਹਦਾ ਅਭਿਆਸ ਬਣ ਜਾਂਦਾ ਹੈ। ਡੇਲੀ ਕਰਨ ਤੋਂ ਉਹਦਾ ਅਭਿਆਸ ਬਣ ਜਾਂਦਾ, ਉਹਦੀ ਹੈਬਿਟ ਬਣ ਜਾਂਦੀ ਹੈ। ਕੋਈ ਵੀ ਕੰਮ ਹੈ ਉਹ ਸੰਸਕਾਰ ਮਨ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ, ਫਿਰ ਸੁੱਤੇ ਪਿਆ ਸੁਪਨਾ ਵੀ ਉਸੇ ਦਾ ਹੀ ਆਉਂਦਾ। ਇੰਝ ਜੇ ਜ਼ਿੰਦਗੀ ਭਰ ਅਸੀਂ ਮਹਾਰਾਜ ਦਾ ਨਾਮ ਜਪਦੇ ਰਹਾਂਗੇ ਤਾਂ ਮਰਨ ਲੱਗਿਆਂ ਵੀ ਉਹ ਵਾਹਿਗੁਰੂ ਸਾਨੂੰ ਯਾਦ ਆਊਗਾ। ਅਤੇ ਉਂਝ ਕਈ ਵਾਰ ਬਿਮਾਰੀ ਸ਼ਮਾਰੀ ਹੋ ਜਾਏ ਤਾਂ ਵੇਖੋ ਕਿੰਨਾ ਘਬਰਾ ਜਾਈਦਾ। ਅਤੇ ਯਮਦੂਤ ਬੜੇ ਸ਼ੈਤਾਨ ਹਨ, ਉਹ ਬੰਦੇ ਨੂੰ ਮੂਧੜੇ ਮੂੰਹ ਪਹਿਲਾਂ ਹੀ ਸੁੱਟ ਦਿੰਦੇ ਨੇ, PGI ਬੈਠਾ ਰਹੋ। 1 ਮਹੀਨਾ ਕੌਮਾਂ 'ਚ ਬੰਦਾ ਰਿਹਾ, ਕੀ ਉੱਥੇ ਸੁਰਤ ਵਾਹਿਗੁਰੂ ਕਹਿਣ ਦੀ ਰਹੂਗੀ? ਦੱਸੋ ਬਈ। ਜੇ ਸੁਰਤੀ 'ਚ ਵਸਿਆ ਹੋਊਗਾ ਤਾਂ ਚਿੱਤ ਉਹਦੇ 'ਚ ਜੁੜਿਆ ਰਹੂਗਾ। ਸੁਰਤੀ 'ਚ ਵਸਾਉਣ ਲਈ ਕੰਟੀਨਿਊਟੀ ਬਣਾਉਣੀ ਪੈਣੀ ਹੈ। ਹਮੇਸ਼ਾ ਕਹਿਣਾ ਪੈਣਾ ਕਿ ਸਾਡਾ ਧਿਆਨ ਮਹਾਰਾਜ ਦੇ ਚਰਨਾਂ 'ਚ ਜੁੜ ਜਾਏ। ਇਸ ਲਈ ਬਹੁਤੀ ਵਾਰ ਕਹਿਣ ਦੀ ਲੋੜ ਹੈ। ਪਾਤਸ਼ਾਹ ਜੀ ਕਹਿੰਦੇ ਹਰ ਸਦਾ ਧਿਆਏ ਤੂੰ, ਇਹ ਗੁਰਮੁਖਾ ਉਸ ਪਰਮਾਤਮਾ ਨੂੰ ਹਮੇਸ਼ਾ ਧਿਆਉਣਾ ਕਰ, ਉਹ ਤੈਨੂੰ ਛੁਡਾ ਲਵੇਗਾ ਜਮਾਂ ਤੋਂ। ਗੌਂਡ ਮਹੱਲਾ ਚੌਥਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਦੇ ਨਾਲ ਲਿਵ ਲਾਉਣ ਦੀ ਜਾਚ ਦੱਸਦੇ ਨੇ ਅਤੇ ਵਾਹਿਗੁਰੂ ਦੇ ਨਾਲ ਮਿਲਣ ਦਾ ਲਾਭ ਦੱਸਦੇ ਹਨ।
ਹਰ ਦਰਸ਼ਨ ਕਉ ਮੇਰਾ ਮਨ ਬਹੁਤ ਬਹੁਤ ਤਪਤੈ। हे ਭਾਈ, ਹਰੀ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਨੂੰ ਮੇਰਾ ਮਨ, ਮੇਰਾ ਚਿੱਤ ਇਉਂ ਤੜਫਦਾ ਪਿਆ ਹੈ। ਜਉ ਤ੍ਰਿਖਵੰਤ ਬਿਨ ਨੀਰਾ। ਜਿਵੇਂ ਪਿਆਸਾ ਪੁਰਖ ਪਾਣੀ ਤੋਂ ਬਿਨਾਂ ਤੜਫਦਾ ਹੈ। ਆ ਜਿਹੜੇ ਭੁੱਖ ਹੜਤਾਲ ਰੱਖਦੇ ਨੇ, ਮੈਂ ਮਹਿਸੂਸ ਕੀਤਾ ਵੀ ਇਹ ਕਿਵੇਂ ਮਹੀਨਾ ਮਹੀਨਾ ਭੁੱਖੇ ਰਹਿ ਜਾਂਦੇ ਨੇ। ਬੰਦਾ ਜਿਉਂਦਾ ਕਿਵੇਂ ਰਹਿ ਸਕਦਾ? ਪੰਜਾਂ ਤੱਤਾਂ ਦਾ ਸਰੀਰ ਹੈ। ਫਿਰ ਪਤਾ ਚੱਲਿਆ ਵੀ ਇਹ ਨਾਂ ਦੀ ਭੁੱਖ ਹੜਤਾਲ ਹੁੰਦੀ ਹੈ। ਖਾਈ ਪੀ ਵੀ ਜਾਂਦੇ ਨੇ ਸਾਰਾ ਕੁਛ, ਅਤੇ ਜੇ ਕੁਝ ਵੀ ਨਾ ਇਨਸਾਨ ਖਾਵੇ, ਪਾਣੀ ਤਾਂ ਪੀਂਦਾ ਹੀ ਆ। ਰੋਟੀ ਤੋਂ ਬਗੈਰ ਬੰਦਾ ਭਾਵੇਂ ਮਹੀਨਾ ਇੱਕ, ਕਈਆਂ ਨੂੰ ਕਣਕ ਤੋਂ ਐਲਰਜੀ ਹੈ, ਉਹ ਖਾਂਦੇ ਹੀ ਨਹੀਂ। ਜ਼ਰੂਰੀ ਥੋੜ੍ਹੀ ਵੀ ਕਣਕ ਤਾਂ ਮੇਰੇ ਵਰਗੇ ਮਾਤੜ ਬੰਦੇ ਖਾਂਦੇ ਨੇ। ਜਿਨ੍ਹਾਂ ਨੂੰ ਫਲ ਫਰੂਟ ਰੱਬ ਦੇਵੇ, ਦੁੱਧ ਘਿਓ ਮਲਾਈਆਂ ਦੇਵੇ, ਉਹਨਾਂ ਨੇ ਰੋਟੀ ਕੀ ਵੇਖਣੀ ਦੱਸੋ ਭਾਈ? ਆ 3 ਮਿਲ ਦਾ ਕੜਾਹ ਪ੍ਰਸ਼ਾਦ ਇੱਕ ਵਾਰ ਛਕਿਆ ਹੋਵੇ ਹਾਂ ਬੁੱਕ ਭਰ ਕੇ, ਮਜਾਲ ਹੈ ਵੀ ਭੁੱਖ ਲੱਗ ਜੇ ਸੀ। ਘੱਟ ਤੋਂ ਘੱਟ ਦੁਪਹਿਰ ਦੇ 3 ਵਜੇ ਤੱਕ ਕੁਝ ਖਾਣ ਦੀ ਜ਼ਰੂਰਤ ਨਹੀਂ ਪਊਗੀ। 3 ਵਜੇ ਦੁੱਧ ਪੀਓ ਤੇ ਚੜ੍ਹਦੀ ਕਲਾ, ਰੋਟੀ ਦੀ ਲੋੜ ਹੀ ਨਹੀਂ। ਰੋਟੀ ਤਾਂ ਗਰੀਬ ਬੰਦਾ ਖਾਂਦਾ। ਅਤੇ ਇਸ ਵਾਸਤੇ ਮੈਂ ਬੇਨਤੀ ਕਰਨ ਲੱਗਾ ਸੀਗਾ, ਇੱਥੇ ਪਿਆਸ ਦੀ ਗੱਲ ਆਈ ਹੈ। ਮਤਲਬ ਰੋਟੀ ਤੋਂ ਬਗੈਰ ਤੁਸੀਂ ਆਪਣਾ ਗੁਜ਼ਾਰਾ ਕਰ ਸਕਦੇ ਹੋ, ਪਰ ਪਾਣੀ ਤੋਂ ਬਗੈਰ ਕੋਈ 3 ਦਿਨ ਵੀ ਰਹਿ ਕੇ ਦਿਖਾਏ। ਡਾਕਟਰਾਂ ਨੂੰ ਵਕਤ ਪੈ ਜਾਂਦਾ ਵੀ ਇਹਦਾ ਪਾਣੀ ਕੱਢ ਗਿਆ, ਉਹਨੂੰ ਸੂਈਆਂ ਲਾਉਂਦੇ, ਗਲੂਕੋਜ਼ ਦੇ ਰਾਹੀਂ ਘੋਲ ਭਿਉਂਦੇ ਨੇ। ਪਾਣੀ ਤੋਂ ਬਗੈਰ ਨਹੀਂ ਬੰਦਾ ਮਿੰਟ ਇੱਕ ਜਿਉਂਦਾ ਰਹਿ ਸਕਦਾ। 2-3 ਦਿਨ ਹੀ ਮਸਾਂ ਕੱਟੂਗਾ। ਪਾਣੀ ਬੰਦੇ ਨੂੰ ਪੀਣਾ ਪਊਗਾ। ਤੋ ਪਾਣੀ ਇੱਕ ਇਹੋ ਜਿਹੀ ਵਸਤੂ ਹੈ, ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਤੋ ਇੰਝ ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਜਿਵੇਂ ਪਿਆਸਾ ਬੰਦਾ ਪਾਣੀ ਤੋਂ ਬਗੈਰ ਤੜਫਦਾ ਹੈ, ਸਾਧ ਸੰਗਤ ਜੀਓ, ਇਉਂ ਮਹਾਰਾਜ ਨੇ ਕਹਿੰਦੇ ਸਾਨੂੰ ਦਰਸ਼ਨਾਂ ਤੋਂ ਬਗੈਰ ਚੈਨ ਨਹੀਂ ਆਉਂਦਾ। ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਡਿਠੇ ਸਭ ਗੈਨ। ਪਤੀ ਪਰਮਾਤਮਾ ਦੀ ਪ੍ਰਾਪਤੀ ਤੋਂ ਬਗੈਰ ਸਾਨੂੰ ਚੈਨ ਨਹੀਂ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਬਾ ਬੀਹਾ ਪ੍ਰਿਓ ਕਰੇ ਜਲ ਨਿਤ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ। ਬਬੀਆ ਵੀ ਪਿਆਸਾ ਸਵੰਤੀ ਬੂੰਦ ਨੂੰ ਤਰਸਦਾ ਮਰ ਜਾਂਦਾ। ਜੇ ਉਹਦੇ ਸਿਰ 'ਚ ਸਵੰਤੀ ਬੂੰਦ ਪੈ ਜਾਏ, ਉਹਦੀ ਜਨਮਾਂ ਜਨਮਾਂਤਰਾਂ ਦੀ ਪਿਆਸ ਬੁੱਝ ਜਾਂਦੀ ਹੈ। ਇਉਂ ਗੁਰੂ ਦੇ ਦਰਸ਼ਨਾਂ ਦੀ ਸਵੰਤੀ ਬੂੰਦ, ਮਹਾਰਾਜ ਦੇ ਉਪਦੇਸ਼ ਰੂਪ ਸਵੰਤੀ ਬੂੰਦ ਸਾਡੇ ਅੰਤःਕਰਨ ਰੂਪੀ ਮੱਥੇ ਦੇ ਵਿੱਚ, ਸਿਰ ਦੇ ਵਿੱਚ ਪੈ ਜਾਏ ਤਾਂ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਦਰਸ਼ਨਾਂ ਤੋਂ ਬਗੈਰ ਪਾਤਸ਼ਾਹ ਕਹਿੰਦੇ ਸਾਡਾ ਮਨ ਇੰਝ ਤੜਫਦਾ ਜਿਵੇਂ ਪਾਣੀ ਤੋਂ ਬਗੈਰ ਬੰਦਾ ਤੜਫਦਾ ਹੈ। ਮੇਰਾ ਮਨ ਐ ਮੇਰਿਆ ਮਨ, ਐ ਮੇਰੇ ਚਿੱਤ, ਪ੍ਰੇਮ ਲਗੋ ਹਰ ਤੀਰ। ਇਹ ਭਾਈ ਮੇਰੇ ਮਨ ਦੇ ਵਿੱਚ, ਮੇਰੇ ਚਿੱਤ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪ੍ਰੇਮ ਰੂਪੀ ਤੀਰ ਲੱਗੇ ਨੇ। ਤੀਰ ਵਜਿਆ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆ ਰਾਮ ਰਾਜੇ। ਜਿਸ ਲਾਗੀ ਪੀਰ ਭਰਮ ਕੀ ਸੋ ਜਾਣੇ ਜਰੀਆ। ਹਮਾਰੀ ਬੇਦਨ ਹਰ ਪ੍ਰਭ ਜਾਣੈ, ਸਾਡੀ ਪੀੜਾ ਨੂੰ ਸਮਰੱਥ ਪਰਮਾਤਮਾ ਹੀ ਜਾਣਦਾ ਹੈ। ਮੇਰੇ ਮਨ ਅੰਤਰ ਕੀ ਪੀਰ। ਕਿਹੜੀ ਪੀੜਾ ਜਾਣਦਾ? ਮੇਰੇ ਮਨ ਦੀ, ਮੇਰੇ ਹਿਰਦੇ ਵਿੱਚ ਲੱਗੀ ਹੋਈ ਵਿਛੋੜੇ ਦੀ ਪੀੜਾ ਨੂੰ ਉਹ ਵਾਹਿਗੁਰੂ ਜਾਣਦਾ ਖੁਦ ਆਪ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ। ਜਿਹੜਾ ਕੋਈ ਮੇਰੇ ਪਿਆਰੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਦੀ ਗੱਲਬਾਤ ਸੁਣਾਉਂਦਾ ਹੈ, ਸੋ ਭਾਈ ਸੋ ਮੇਰਾ ਵੀਰ। ਉਹੀ ਸਾਡਾ ਅੰਮਾ ਜਾਇਆ ਸਕਾ ਭਰਾ ਹੈ। ਉਹੀ ਸਾਡਾ ਰਿਸ਼ਤੇਦਾਰੀ ਵਿੱਚੋਂ ਚਾਚਾ ਤਾਇਆ, ਇਹ ਤਾਏ ਦਾ ਪੁੱਤ ਭਰਾ ਹੈ।
ਉਹੀ ਭਰਾ ਸਾਡੀ ਲੋਕ ਪਰਲੋਕ ਸਹਾਇਤਾ ਕਰਨ ਵਾਲਾ ਬਹਾਦਰ ਸੂਰਵੀਰ ਹੈ, ਉਹੀ ਮੇਰਾ ਸੂਰਮਾ ਭਾਈ ਹੈ। ਹੇ ਭਾਈ, ਉਹੀ ਮੇਰਾ ਸਕਾ ਵੀਰ ਹੈ, ਜਿਹੜਾ ਮੈਨੂੰ ਬਾਣੀ ਸੁਣਾਏ, ਬਾਣੀ ਦਾ ਕੀਰਤਨ ਸੁਣਾਏ, ਗੁਰਬਾਣੀ ਦੀ ਵਿਚਾਰ ਸਰਵਣ ਕਰਾਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੇਖੋ, ਮਰਦਾਨਾ ਜੀ ਮਰਾਸੀ ਜਾਤ ਦੇ ਹੋਣ ਕਰਕੇ ਸਾਹਿਬਾਂ ਨੂੰ ਬਹੁਤ ਜ਼ਿਆਦਾ ਹੋਰ ਤਰ੍ਹਾਂ ਬੋਲਦੇ ਸਨ। ਕਈ ਵਾਰ ਸਤਿਕਾਰ ਦੇ ਲਫ਼ਜ਼ ਵੀ ਨਹੀਂ ਵਰਤਦੇ। ਜਾਤ ਜੋ ਇਸ ਤਰ੍ਹਾਂ ਦੀ ਸੀਗੀ, ਮਹਾਰਾਜ ਗੁੱਸਾ ਵੀ ਨਹੀਂ ਸਨ ਕਰਦੇ। ਮਹਾਰਾਜ ਕਹਿੰਦੇ ਹੋ ਜਾਣੇ, ਫਿਰ ਕੀ ਹੈ, ਸਾਡਾ ਪਿਆਰਾ ਹੈ। ਗੁੱਸੇ ਹੋ ਜਾਂਦਾ, ਫਿਰ ਉਹਨੂੰ ਮਨਾਉਂਦੇ। ਕਾਰਨ ਕੀ ਹੈ? ਕਿ ਉਹ ਕੀਰਤਨ ਸੁਣਾਉਂਦਾ ਸੀਗਾ ਰਬਾਬ ਵਜਾ ਕੇ। ਇਹ ਕੀਰਤਨੀਆਂ ਦੇ ਨਾਲ, ਹਜ਼ੂਰੀ ਸਿੱਖਾਂ ਨਾਲ ਮਹਾਰਾਜ ਦਾ ਵੱਧ ਪਿਆਰ ਹੈ। ਸਭ ਦੁਨੀਆ ਦੇ ਨਾਲੋਂ ਉਹਨੂੰ ਪਿਆਰ ਕਰਦੇ ਨੇ ਜਿਹੜਾ ਬਾਣੀ ਸੁਣਾਉਂਦਾ। ਇਸ ਲਈ ਮਹਾਰਾਜ ਨੇ ਲਿਖਿਆ, ਵਾਹਿਗੁਰੂ ਗੁਰੂ ਸਾਹਿਬ ਨੇ ਵੀ ਲਿਖਿਆ, ਪਰ ਮੈਂ ਬਚਨ ਸੁਣਾ ਰਿਹਾ ਸੰਤਾਂ ਮਹਾਂਪੁਰਖਾਂ ਦਾ। ਗੁਰਬਾਣੀ ਪਾਠ ਦਰਪਣ 'ਚ ਉਹਨਾਂ ਲਿਖਿਆ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦਰਾਈ। ਜਦ ਅਖੰਡ ਪਾਠੀ ਰੌਲ 'ਤੇ ਬੈਠੇ ਪਾਠ ਕਰਨ ਮਹਾਰਾਜ ਦੀ ਹਜ਼ੂਰੀ 'ਚ ਇਉਂ ਸਮਝੇ ਕਿ ਮੈਂ ਉੱਚੀ ਬੋਲ ਕੇ ਗੁਰੂ ਨਾਨਕ ਸਾਹਿਬ ਨੂੰ ਬਾਣੀ ਸੁਣਾ ਰਿਹਾ। ਕੀਰਤਨ ਸੋਹਲੇ ਵਕਤ ਵੀ ਸਿਰਹਾਣੇ ਵੱਲ ਮੂੰਹ ਕਰਕੇ ਇਹ ਭਾਵਨਾ ਕਰੇ ਕਿ ਗੁਰੂ ਨਾਨਕ ਸਾਹਿਬ ਸਿਰਹਾਣੇ ਵੱਲ ਬੈਠ ਕੇ ਸੁਣ ਰਹੇ ਨੇ। ਇੰਝ ਜੇ ਭਾਵਨਾ ਕਰੂਗਾ ਤਾਂ ਮਹਾਰਾਜ ਹਾਜ਼ਰ ਨਾਜ਼ਰ ਨੇ, ਸੱਚੇ ਪਾਤਸ਼ਾਹ ਜੀ। ਸੋ ਇਹ ਆਪ ਦਾ ਪਿਆਰ ਜਨਾਉਂਦੇ ਨੇ ਨਾਮ ਦੇ ਨਾਲ ਅਤੇ ਬਾਣੀ ਨਾਲ, ਕਿ ਉਹ ਸਾਡਾ ਭਰਾ ਹੈ, ਉਹ ਸਾਡਾ ਵੀਰ ਹੈ, ਜਿਹੜਾ ਸਾਨੂੰ ਰੱਬ ਦੇ ਘਰ ਦੀ ਗੱਲ ਸੁਣਾਉਂਦਾ ਹੈ। ਤਾਈਓ ਮਹਾਰਾਜ ਨੇ ਜਾਤ ਨਹੀਂ ਵੇਖੀ, ਕੋਈ ਧਰਮ ਨਹੀਂ ਵੇਖਿਆ। ਕਬੀਰ ਜੀ, ਰਵਿਦਾਸ ਜੀ ਵੇਖੋ, ਮੁਸਲਮਾਨ ਬਾਬਾ ਫਰੀਦ ਜੀ, ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, ਜਿਹੜੇ ਰੱਬ ਨੂੰ ਪਹੁੰਚੇ ਹੋਏ ਸਨ, ਅੰਦਰੋਲ ਨਾਮ ਦੀ ਗੱਲ ਕਰਦੇ ਸਨ। ਐਸਾ ਸਾਹਿਬਾਂ ਦਾ ਸੁਭਾਅ ਹੈ। ਮਿਲ ਮਿਲ ਸਖੀ ਗੁਣ ਕਹੁ ਮੇਰੇ ਪ੍ਰਭ ਕੇ। ਇਕੱਲੇ ਦੇ ਕੋਲੋਂ ਇੰਨੀ ਗੱਲ ਨਹੀਂ ਬਣਦੀ, ਜਿਹੜੀ ਸਾਰਿਆਂ 'ਚ ਬੈਠ ਕੇ ਬਣਦੀ ਹੈ। ਇਸ ਲਈ ਹੇ ਸਖੀਓ ਸਹੇਲੀਓ, ਸੱਚੇ ਗੁਰੂ ਜੀ ਦੇ ਕੋਲ ਬੈਠ ਕੇ ਮੇਰੇ ਪ੍ਰਭੂ ਪਰਮਾਤਮਾ ਦੇ ਮਿਲ ਮਿਲ ਕੇ ਗੁਣ ਗਾਓ। ਆਪਸ ਦੇ ਵਿੱਚ ਇੱਕ ਦੂਜੇ ਨਾਲ, ਜਿਸ ਤਰ੍ਹਾਂ ਮਾਈਆਂ ਬੀਬੀਆਂ ਵਿਆਹ ਵਾਲੇ ਘਰ ਗਾਉਣ ਵਜਾਉਣ ਕਰਦੀਆਂ, ਮਿਲ ਕੇ ਉਹਦਾ ਆਨੰਦ ਕੁਛ ਵੱਖਰਾ ਹੁੰਦਾ ਅਤੇ ਘਰ ਵੀ ਖੁਸ਼ੀ ਨਾਲ ਭਰ ਜਾਂਦਾ। ਇਉਂ ਗੁਰੂ ਘਰ ਮਿਲ ਕਰਕੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਇੰਝ ਮਿਲ ਕਰਕੇ ਕਥਾ ਕੀਰਤਨ ਦੇ ਵਿੱਚ ਬੈਠਣਾ ਕਰੋ। ਮੇਰੇ ਪਰਮਾਤਮਾ ਦੇ ਗੁਣ ਆਖੋ। ਲੈ ਸਤਿਗੁਰ ਕੀ ਮਤ ਧੀਰ। ਸਤਿਗੁਰੂ ਦੀ ਧੀਰਜਤਾ ਵਾਲੀ ਸਿੱਖਿਆ ਲੈ ਲੈ ਕੇ ਮਿਲ ਮਿਲ ਕੇ ਪ੍ਰਭੂ ਪ੍ਰਾਪਤੀ ਦੇ ਗੁਣਾਂ ਨੂੰ ਕਹਿਣਾ ਕਰੀਏ। ਜਾਂ ਇਸੇ ਪ੍ਰਕਾਰ ਮਿਲ ਮਿਲ ਸਖੀ ਗੁਣ ਕਹੁ ਮੇਰੇ ਪ੍ਰਭ ਕੇ। ਇਹ ਸਖੀ ਮਹਾਤਮਾ ਦੇ ਨਾਲ ਮਿਲੋ ਪਹਿਲਾਂ, ਕਿਉਂਕਿ ਗੁਣ ਕਿਵੇਂ ਗਾਉਣੇ ਨੇ ਸਾਨੂੰ ਕੀ ਪਤਾ, ਉਹਨਾਂ ਤੋਂ ਸਿੱਖੀ ਦੇ ਹਨ। ਮਹਾਤਮਾ ਜੀ ਨਾਲ ਮਿਲਾਪ ਕਰਕੇ ਜਾਂ ਮਹਾਤਮਾ ਜੀ ਨਾਲ ਮਿਲ ਮਿਲ ਕੇ ਮੇਰੇ ਪਰਮੇਸ਼ਰ ਦੇ ਗੁਣਾਂ ਨੂੰ ਕਹਿਣਾ ਕਰੀਏ। ਮੈਂ ਭਾਈ ਗੁਰ ਇਕਬਾਲ ਸਿੰਘ ਦਾ ਕੀਰਤਨ ਸੁਣਿਆ ਤਾਂ ਮਨ 'ਚ ਆਇਆ ਵੀ ਬੰਦੇ ਤਾਂ ਬੜੇ ਚੰਗੇ ਲੱਗਦੇ ਨੇ, ਬੜਾ ਸੋਹਣਾ ਗਾਉਂਦੇ ਨੇ, ਇਸ ਤਰ੍ਹਾਂ ਦਾ ਵਾਜਾ ਸਾਨੂੰ ਵੀ ਕਿਤੇ ਵਜਾਉਣਾ ਆਏ। ਬੜਾ ਮੱਥਾ ਮਾਰਿਆ ਅਤੇ ਫਿਰ ਟਕਸਾਲ 'ਚ ਜਾਣਾ ਪਿਆ ਅਤੇ ਆਹ ਅੱਖਰਾਂ ਦਾ ਪਤਾ ਹੀ ਨਹੀਂ ਸੀ ਹੁੰਦਾ ਵੀ ਇਹਦੀ ਵੀ ਸਮਝ ਕੋਈ ਸਮਝਾ ਸਕਦਾ ਜਾਂ ਸਮਝਣੀ ਪੈਂਦੀ ਹੈ। ਅਤੇ ਇਸ ਲਈ ਇਹ ਜੋ ਗੱਲਾਂ ਬਾਤਾਂ ਇਹ ਤਾਂ ਸੰਗਤ ਦੇ ਵਿੱਚੋਂ ਮਿਲਦੀਆਂ। ਘਰ ਬੈਠਿਆਂ ਕੌਣ ਦੱਸੂਗਾ? ਦੱਸੋ, ਗੁਰਦੁਆਰੇ ਆਵਾਂਗੇ, ਕੋਈ ਸੰਗਤ 'ਚ ਕਿਸੇ ਨਾਲ ਮਿਲਾਂਗੇ ਤਾਂ ਹੀ ਪਤਾ ਲੱਗੂ। ਇਉਂ ਮਹਾਰਾਜ ਕਹਿੰਦੇ ਚੰਗਿਆਂ ਦੇ ਨਾਲ ਮਿਲੋ ਜੀ ਉੱਚੇ ਹੋਣਾ ਹੈ। ਲੈ ਸਤਿਗੁਰ ਕੀ ਮਤ ਧੀਰ। ਸੱਚੇ ਗੁਰੂ ਦੀ ਸਿੱਖਿਆ ਲੈ ਕੇ ਉੱਚੇ ਨੀਵੇਂ ਪੁਣੇ ਦਾ ਮਾਣ ਛੱਡ ਦਿਓ ਵੀ ਉੱਚੇ ਆ ਨੀਵੇਂ ਆ। ਤੋ ਹਿਰਦੇ ਅੰਦਰ ਧੀਰਜਤਾ ਧਾਰਨ ਕਰੋ, ਥੋੜ੍ਹਾ ਹੌਸਲਾ ਰੱਖੋ। ਧੀਰਜ ਧਾਰੀ ਹੋ ਕੇ ਸਤਿਗੁਰਾਂ ਦੀ ਸਿੱਖਿਆ ਨੂੰ ਲਓ ਤੇ ਧਾਰਨ ਕਰੋ। ਜਨ ਨਾਨਕ ਕੀ ਹਰਿ ਆਸ ਪੁਜਾਵਹੁ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਕਥਨ ਕਰਦੇ, ਹੇ ਹਰੀ ਪਰਮੇਸ਼ਰ, ਸਾਡੇ ਦਾਸਾਂ ਦੀ ਇਹ ਆਸਾ ਉਮੀਦ ਇਹ ਇੱਛਾ ਪੂਰੀ ਕਰੋ ਜੀ। ਹਰ ਦਰਸ਼ਨ ਸ਼ਾਂਤ ਸਰੀਰ। ਇਹ ਹਰੀ ਪਰਮੇਸ਼ਰ ਆਪ ਦੇ ਦਰਸ਼ਨ ਦਿਦਾਰੇ ਕਰਕੇ ਮੇਰਾ ਜਿਹੜਾ ਸਰੀਰ ਹੈ, ਤਨ,
ਵਿਸ਼ਿਆਂ ਦੀ ਤਪਸ਼ ਵੱਲੋਂ ਸ਼ਾਂਤ ਹੋ ਜਾਂਦਾ ਹੈ, ਜਾਂ ਸ਼ਾਂਤੀ ਸਰੂਪ ਪਰਮੇਸ਼ਰ ਆਪ ਦੀ ਦਰਸ਼ਨ ਦਿਦਾਰੇ ਕਰਕੇ ਮੈਨੂੰ ਆਨੰਦ ਪ੍ਰਾਪਤ ਹੋਇਆ ਹੈ। ਛੱਕਾ ਇੱਕ ਇੱਥੇ ਇੱਕ ਹੀ ਬੋਲਣਾ, ਪਹਿਲਾਂ ਨਹੀਂ ਬੋਲਣਾ। 6 ਸ਼ਬਦਾਂ ਦਾ ਇੱਕ ਛੱਕਾ ਆਇਆ, 6 ਸ਼ਬਦਾਂ ਦੇ ਇਕੱਠੇ ਕਰਕੇ ਛੱਕਾ ਇੱਕ ਲਿਖਿਆ। ਇੱਥੇ ਸਾਧ ਸੰਗਤ ਜੀਓ ਚੌਥੇ ਪਾਤਸ਼ਾਹ ਦੀ ਉਚਾਰੇ ਹੋਏ 6 ਸ਼ਬਦਾਂ ਦਾ ਛੱਕਾ ਸੰਪੂਰਨ ਹੋਇਆ। ਭੁੱਲਾਂ ਚੁੱਕਾਂ ਮਾਫ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਮਿਲ ਮਿਲ ਸਖੀ ਗੁਣ ਗਾਹ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਜਨ ਨਾਨਕ ਕੀ ਹਰ ਆਸ ਪੁਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਛੱਕਾ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।